हाँ जी बेटा, टॉपिक है सी थोड़े को राउंडिंग अ लेवल कर्व रूट। ठीक है, ਰਾਉਂਡਿੰਗ ਅ ਲੈਵਲ ਕਰਵ ਰੂਟ ਦੇ ਅੰਦਰ ਅਸੀਂ ਦੱਸਿਆ ਗੱਲ ਇਹ ਸੀਗਾ ਕਿ ਵੀ ਤੁਹਾਡੇ ਕੋਲ ਕੋਈ ਆਬਜੈਕਟ ਜਦੋਂ ਜਾਂ ਕੋਈ ਵੀ ਵਹੀਕਲ ਜਿਹੜਾ ਵਾ, ਠੀਕ ਹੈ, ਉਹ ਕਿਸੇ ਐਸਚ ਕਰਵੇਚਰ ਤੇ ਮੂਵ ਕਰਦਾ, ਕੋਈ ਮੋੜ ਤੋਂ ਮੂਵ ਕਰਦਾ, ਕਹਿੰਦਾ ਜੀ ਉਸ ਇਨਸਟੈਂਟ ਤੇ ਵਿਚ ਫੋਰਸ ਇਜ਼ ਰਿਸਪੌਂਸਿਬਲ, ਠੀਕ ਹੈ, ਟੂ ਕਹਿੰਦਾ ਮੂਵ ਦਾ ਵਹੀਕਲ ਔਨ ਅ ਕਰਵ ਰੂਟ ਐਜ਼ ਵੈਲ ਐਜ਼ what's the velocity of the vehicle on the curved route, है ना। मतलब वो कहता कि भी किन्नी वेलोसिटी दे नाल, किन्नी मैक्सिमम वेलोसिटी दे नाल मैं किसी टर्न तो मुड़ सकता, ठीक है, यानी जे मैं स्किड कीते बिना, स्लिप कीते बिना किसी टर्न तो मैं मुड़ना वा ते उस इंस्टेंट दे बेटा मेरी वेलोसिटी दी मैक्सिमम वैल्यू कितनी होनी चाहिए। ਉਹਦੇ ਲਈ ਆਪਾਂ ਕੱਲ ਇਹਦੀ ਸਾਰੀ ਕੰਡੀਸ਼ਨਸ ਐਕਸਪਲੇਨ ਕੀਤੀਆਂ ਸੀਗੀਆਂ ਕਿ ਜਦੋਂ ਵਹੀਕਲ ਕਿਸੇ ਕਰਵਡ ਰੋਡ ਦੇ ਉੱਤੇ ਮੂਵ ਕਰਦਾ ਪਿਆ ਔਰ ਕਰਵਡ ਰੋਡ ਮੇਰੀ ਲੈਵਲ ਹੋਵੇ ਤੇ ਡਿਫਰੈਂਟ ਫੋਰਸਸ ਜਿਹੜੀ ਬਾਡੀ ਤੇ ਲਾਈ ਕਰਦੀਆਂ, ਉਹਨਾਂ ਚੋਂ ਇੱਕ ਆਪਾਂ ਲੈਤੀ ਸੀ weight of the body which always acting vertically downward। ਆ ਆਪਾਂ ਸ਼ੋ ਪੇ ਕੀਤਾ ਕਿ ਕੋਈ ਇੱਕ ਟਰਨ ਆ ਤੇ ਵਹੀਕਲ ਇਸ ਵੇ ਨਾਲ ਇਧਰ ਨੂੰ ਟਰਨ ਲੈਂਦਾ ਪਿਆ, ਉਹਦੇ ਚ ਅਸੀਂ ਆ ਗਿਆ ਕਿ weight of the body vertically downward ਆ ਗਿਆ। ਸੈਕੰਡ ਫੋਰਸ ਬਾਡੀ ਤੇ ਲਾਈ ਕਰਦੀ ਵੀ ਡਾਇਰੈਕਸ਼ਨਲ ਫੋਰਸ, ਔਰ ਜਦੋਂ ਬਾਡੀ ਲੈਵਲ ਰੋਡ ਤੇ ਨਾ ਉੱਪਰ ਨੂੰ ਤੇ ਨਾ ਅੰਦਰ ਨੂੰ, ਇਸ ਕਰਕੇ ਜੇਕਰ ਕਿਸੇ ਵੀ ਡਾਇਰੈਕਸ਼ਨ ਚ ਮੂਵ ਨਹੀਂ ਕਰ ਰਹੀ ਉੱਪਰ ਔਰ ਅੰਦਰ ਨੂੰ, ਹੈ ਨਾ, ग्राउंड के ना तो अंदर कहना जी बढ़ती है ना ग्राउंड तो ओपन लिफ्ट होती है, ਇਹਦਾ ਮਤਲਬ ਹੋ ਗਿਆ r ਤੇ mg ਆਪਸ ਵਿੱਚ कैसे जी बैलेंस है। इतनी गल क्लियर है? यस सर। यस सर। यस सर। दूजी ਅਸੀਂ ਮੇਨ ਕੰਡੀਸ਼ਨ ਲਿੱਤੀ ਸੀਗੀ ਕਿ ਵੀ ਰੋਡ ਔਰ ਟਾਇਰ ਚ ਜਿਹੜੀ ਗ੍ਰਿਪ ਵਾ, ਹੈ ਨਾ, ਉਹ ਡਿਊ ਟੂ ਫ੍ਰਿਕਸ਼ਨ ਹੁੰਦੀ ਹੈ, ਠੀਕ ਹੈ। ਉਹ ਕਹਿੰਦਾ ਜੀ ਜੇ ਫ੍ਰਿਕਸ਼ਨਲ ਫੋਰਸ ਸਫੀਸ਼ੀਐਂਟ ਹੋਏਗੀ ਰੋਡ ਔਰ ਟਾਇਰ ਦੇ ਅੰਦਰ, only then the vehicle will move कहना जी on the curvature। इसलिए ਅਸੀਂ ਇਹਦੇ ਅੰਦਰ ਦੂਜੀ ਫੋਰਸ ਹੈਗੀ ਸੀ ਕਿ ਰੋਡ ਔਰ ਟਾਇਰ ਦੇ ਵਿੱਚ ਜਿਹੜੀ ਫ੍ਰਿਕਸ਼ਨਲ ਫੋਰਸ ਆ that must be acting towards the center of the ਕਹਿੰਦਾ ਜੀ curve, ਠੀਕ ਹੈ, so that it will provide the necessary centripetal force। ਉਹ ਚ ਫਿਰ ਅਸੀਂ ਇਹ ਦੱਸ ਦਿੱਤਾ ਸੀ ਕਿ ਜਦੋਂ ਇਹਨੂੰ ਐਸਐਚ ਸੈਂਟਰੀਪੀਟਲ ਫੋਰਸ ਦੇ ਨਾਲ ਲੈ ਕੇ ਚੱਲੀਏ ਤੇ ਕੰਡੀਸ਼ਨ ਇਹ ਬੋਲੀ ਸੀਗੀ ਜਿੰਨੀ ਮਿਨੀਮਮ ਇੱਥੇ ਸਰਕੂਲਰ ਪਾਥ ਤੇ ਮੂਵ ਕਰਨੀ ਸੈਂਟਰੀਪੀਟਲ ਫੋਰਸ ਰਿਕੁਆਇਰਡ ਆ, ਹਨਾ, ਤੁਹਾਡੀ ਫੋਰਸ ਆਫ ਫ੍ਰਿਕਸ਼ਨ ਜਿਹੜੀ ਆ ਉਨੀ ਤੁਹਾਨੂੰ ਸੈਂਟਰੀਪੀਟਲ ਫੋਰਸ ਮਿਨੀਮਮ ਪ੍ਰੋਵਾਈਡ ਕਰੇ ਹੀ ਕਰੇ। ਯਾਨੀ ਜੇ ਸਰਕੂਲਰ ਪਾਥ ਤੇ ਮੂਵ ਕਰਨ ਲਈ ਮੰਨ ਲਓ ਮੈਨੂੰ 10 ਨਿਊਟਨ ਫੋਰਸ ਰਿਕੁਆਇਰਡ ਆ ਤੇ ਮੇਰੀ ਫ੍ਰਿਕਸ਼ਨਲ ਫੋਰਸ ਦੀ ਵੈਲਿਊ ਮਿਨੀਮਮ 10 ਨਿਊਟਨ, ਅਦਰਵਾइज ਇਟ ਸ਼ੁੱਡ ਬੀ ਮੋਰ ਦੈਨ ਦੈਟ ਆਫ ਦਾ 10 ਨਿਊਟਨ ਸ਼ੁੱਡ ਬੀ देयर। क्या आ गल समझ लगी? यस सर। यस सर। यस सर। इसलिए से क्या सी कि force of friction it should be greater than or equal to centripetal force, ठीक है। ਤੇ F ਤੇ FC ਦੋਨਾਂ ਦੀ ਵੈਲਿਊ ਭਰ ਦਿਓ। F ਫੋਰਸ ਆਫ ਫ੍ਰਿਕਸ਼ਨ ਜਿਹੜਾ ਵਾ ਉਹਨੂੰ ਹਮੇਸ਼ਾ μ ਦੀ ਫਾਰਮ ਚ ਲਿਖਦੇ ਆ, ਠੀਕ ਹੈ। ਆਪਾਂ ਟਰਮ ਕੀਤੀ ਹੋਈ ਆ μ equal to F/R। ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਜਿਹੜਾ ਫੋਰਸ ਆਫ ਫ੍ਰਿਕਸ਼ਨ ਤੇ ਨਾਰਮਲ ਰਿਐਕਸ਼ਨ ਦੀ ਰੇਸ਼ੀਓ ਆ, ਉਹਦੇ ਤੋਂ F equal to R ਤੇ R ਦੀ ਵੈਲਿਊ ਮੇਰੀ mg ਬਣੀ ਹੋਈ ਹੈ ਤੇ ਮਤਲਬ F ਦੀ ਵੈਲਿਊ μ mg ਆ ਜਾਊ। सेंट्रीपिटल फोर्स का फॉर्मूला mv²/r, दोनों वैल्यू पुट अप कर लो ते ये पुट अप करके ਆਪਾਂ वेलोसिटी ਕੱਢੀ ਸੀਗੀ ਕਿ ਜਦੋਂ ਵਹੀਕਲ ਮੂਵ ਕਰਦਾ ਪਿਆ ਕਿਸੇ ਕਰਵਡ ਰੋਡ ਤੇ ਤੇ ਉਹਦੀ वेलोसिटी रूट μ rg ਤੋਂ ਜਾਂ ਸਮਾਲਰ ਹੋਵੇ ਔਰ ਅਪ ਟੂ ਮੈਕਸਿਮਮ v ਮੈਕਸਿਮਮ ਦੀ ਵੈਲਿਊ रूट μ rg ਦੇ ਇਕੁਅਲ ਹੋਵੇ। क्या ਇੰਨੀ ਗੱਲ ਕਲੀਅਰ ਆ? यस सर। यस सर। यस सर। यस चलो दूजी बेटा ਆਪਾਂ ਇੱਕ ਇਹਦੇ ਵਿੱਚ ਕੰਡੀਸ਼ਨ ਜਿਹੜਾ ਦਿੱਤੀ ਸੀਗੀ ਉਹ ਕੋਈ ਦੱਸੇਗਾ ਕੀ ਸੀਗਾ, ਉਹਨੂੰ ਪਤਾ ਲੱਗਿਆ ਉਸ ਕੀ ਦੱਸਿਆ ਹੋਇਆ? सर एक बार रिपीट करियो की पूछते पे। ਹਾਂਜੀ एक बार रिपीट करियो की पूछते पे हो। ਮੈਂ ਕਿਹਾ ਕਿ ਇਸ ਤੋਂ ਬਾਅਦ ਇੱਕ ਪੁਆਇੰਟ ਕੱਲ ਪੜਨ ਨੂੰ ਦਿੱਤਾ ਸੀ, ਉਹ ਪੜਿਆ ਹੋਇਆ ਜਿਹਨੇ ਪੜਿਆ ਉਹ ਦੱਸੋ ਕੀ ਸੀਗਾ ਉਹਦੇ ਚ? सर v equals to whole root grx by h। ਹਾਂਜੀ सर v equals to whole root grx by ਅੱਗੇ h। ਉੱਚੀ ਬੋਲਿਆ ਕਰੋ। सर वो कह रहा है v is equal to ਤੂੰ ਨਹੀਂ ਕਹਿਣਾ ਆਪਕੀ ਬੋਲੂਗਾ ਉਹ। v equals to whole root grx ਮੈਂ by ਤੇ h। ਫਾਰਮੂਲਾ ਤਾਂ ਪੁੱਛਿਆ ਹੀ ਨਹੀਂ, ਮੈਂ ਪੁੱਛਿਆ ਕਿ ਉਹ ਕੰਡੀਸ਼ਨ ਹੈ ਕੀ ਆ, ਕੀ ਦੱਸਿਆ ਉਹਦੇ ਵਿੱਚ, ਇਹ ਪੁੱਛਦਾ ਮੈਂ ਕਿ ਉਹਦੇ ਚ ਦੱਸਿਆ ਕੀ ਹੋਇਆ ਵਾ। ਫਾਰਮੂਲਾ ਤਾਂ ਮੈਨੂੰ ਪਤਾ ਲੱਗ ਗਿਆ ਉਹ ਚ ਦੱਸਿਆ ਹੋਇਆ, ਪਰ ਉਹ ਕੰਡੀਸ਼ਨ ਕੀ ਦੱਸੀ ਆ? ਬੋਲੋ ਕੋਈ ਜਣਾ। ਮਾਨਿਕ
सर पढ़ा था, समझ नहीं आया था प्रॉपर। जो उन्होंने रिलेट किया वो समझ नहीं आया, रिलेट कैसे हो गए। ਸਰ ਜਿਹੜੀ ਕਾਰ ਦੀ ਵੈਲੋਸਿਟੀ ਉਹ ਇੰਡੀਪੈਂਡੈਂਟ ਆ ਆਫ ਦਾ ਮਾਸ ਆਫ ਦ ਆਬਜੈਕਟ। ਹੋਰ ਕੁਝ ਉਹ ਤਾਂ ਉੱਤੇ ਸਪੈਸ਼ਲੀ ਇੱਕ ਲਾਈਨ ਲਿਖੀ ਹੋਏਗੀ, ਉਹਨੇ ਲਿਖਿਆ ਫॉर नो ओवरटर्निंग ऑफ द कार। ठीक है, नो ओवरटर्निंग ऑफ कार ਉਹਦੀ ਕੰਡੀਸ਼ਨ ਦਿੱਤੀ ਉਹਨੇ। ओवरटर्निंग ऑफ कार ਚ ਉਹਨੇ ਦੱਸਿਆ ਕੀ ਆ, ਉਹ ਕਹਿੰਦਾ ਕਿ ਜੇ ਇਸ ਵੇਲੇ ਤੁਹਾਡਾ ਵਹੀਕਲ ਜਿਹੜਾ ਵਾ ਇਥੋਂ ਮੂਵ ਕਰਦਾ ਪਿਆ ਹਨਾ, ਤੇ ਮੈਂ ਇੱਕ ਸਪੀਡ ਤੇ ਜਾਣਾ ਪਿਆ ਤੇ ਮੇਰੀ ਕਾਰ ਇੱਥੇ ਪਲਟ ਸਕਦੀ ਆ, ਯਾਨੀ ਜੇ ਮੈਂ ਇੱਕ ਬਹੁਤ ਸਪੀਡ ਤੋਂ ਲਿਮਿਟ ਆਪਣੀ ਬਿਯੋਂਡ ਲੈ ਕੇ ਚੱਲਾਂ ਕਾਰ ਦੀ ਹਨਾ, ਤੇ ਕਾਰ ਕਹਿੰਦਾ ਜੀ ਪਲਟ ਜਾਏਗੀ। ਉਹ ਕਹਿੰਦਾ ਜੀ ਓਵਰਟਰਨਿੰਗ ਨਾ ਹੋਵੇ, ਠੀਕ ਹੈ, ਉਹਦੇ ਵਾਸਤੇ ਸਾਡੀ ਵੈਲੋਸਿਟੀ ਜਿਹੜੀ ਉਹ ਕਿੰਨੀ ਹੋਣੀ ਚਾਹੀਦੀ। ਗੱਲ ਸਮਝ ਲੱਗੀ ਪਹਿਲਾਂ ਕੀ ਦੱਸਿਆ ਮੈਂ? यस सर। Yes, sir. ਹੁਣ ਉਹਨੂੰ ਉਹਨੇ ਸ਼ੋਅ ਇੱਥੇ ਕਿੱਦਾਂ ਕੀਤਾ ਹੋਇਆ ਤੁਹਾਡੀ ਇਸ ਫਿਗਰ ਦੇ ਅੰਦਰ, ਉਹਨੇ ਇਹਨੂੰ ਸ਼ੋਅ ਕੀਤਾ, ਕਹਿੰਦਾ ਜੀ ਇੱਥੇ ਜਿਹੜੀਆਂ ਡਿਫਰੈਂਟ ਫੋਰਸਿਸ ਨੇ ਨਾ ਉਹਨੇ ਦੁਬਾਰਾ ਸ਼ੋਅ ਕੀਤੀਆਂ। ਆਪਾਂ ਜਿਹੜੀ ਵਰਟੀਕਲ ਫੋਰਸ ਆ, ਵਰਟੀਕਲ ਫੋਰਸ ਇਹ ਕਰਦੀ ਆ ਕਾਰ ਨੂੰ ਗਰਾਊਂਡ ਤੋਂ ਨਾ ਉੱਪਰ ਉੱਠਣ ਦਿੰਦੀ ਤੇ ਨਾ ਅੰਦਰ ਜਾਣ ਦਿੰਦੀ, ਪਰ ਇਹਦੇ ਨਾਲ ਨਾਲ ਉਹਨੇ ਜਿਹੜੀਆਂ ਇੱਥੇ ਫੋਰਸਿਸ ਸ਼ੋਅ ਕੀਤੀਆਂ, ਉਹ ਕਹਿੰਦਾ ਜੀ ਜੇਕਰ ਐਸਐਚ ਵਹੀਕਲ ਨੂੰ ਓਵਰਟਰਨ ਹੋਣ ਤੋਂ ਰੋਕਣਾ ਤੇ ਬੇਟਾ ਜਿੰਨੀ ਸੈਂਟਰੀਪੀਟਲ ਫੋਰਸ ਜਿਹੜੀ ਉਹਨੂੰ ਟੁਵਰਡਸ ਦਾ ਸੈਂਟਰ ਖਿੱਚਦੀ ਆ, ਉਨੀ ਹੀ ਅਸੀਂ ਕਿਹਾ ਸੀ ਇੱਕ ਫੋਰਸ ਬਾਡੀ ਤੇ ਹੋਰ ਲਾਈ ਕਰਦੀ ਆ, ਜਿਹਨੂੰ ਅਸੀਂ ਫਿਕਟੀਸ਼ੀਅਸ ਫੋਰਸ ਵੀ ਕਹਿ ਦਿੰਦੇ ਆ, that is the centrifugal force। ठीक है, to avoid the overturning of the car, to avoid the overturning of the car, ਜਿਹੜੀ ਫ੍ਰਿਕਸ਼ਨਲ ਫੋਰਸ ਤੁਹਾਡੀ ਕਾਰ ਨੂੰ ਟੁਵਰਡਸ ਦਾ ਸੈਂਟਰ ਨੂੰ ਬੈਂਡ ਦਿੰਦੀ ਪਈ ਆ ਹਨਾ, ਇਹਦੇ ਇਕੁਇਵਲੈਂਟ ਕਹਿੰਦਾ ਜੀ ਕੋਈ ਫੋਰਸ ਜਿਹੜੀ ਆ ਇਹਨੂੰ ਆਪੋਜ਼ਿਟ ਡਾਇਰੈਕਸ਼ਨ ਚ ਟਰਨ ਦੇਣ ਤੋਂ ਰੋਕੇ। ਯਾਨੀ ਜੇ ਇੱਕ ਫੋਰਸ ਕਾਰ ਨੂੰ ਇਧਰ ਨੂੰ ਕਹਿੰਦਾ ਜੀ ਐਸ ਐਚ ਐਂਟੀ ਕਲੌਕਵਾਈਜ਼ ਟਰਨ ਦਿੰਦੀ ਪਈ ਆ ਹਨਾ, ਜਦੋਂ ਮੈਂ ਇੱਥੋਂ ਵਹੀਕਲ ਲੈ ਕੇ ਚੱਲ ਰਿਹਾ, ਜੇ ਮੈਂ ਇਧਰ ਨੂੰ नहीं आ रही सर आवाज। ਸਰ ਮਾਈਕ ਮਿਊਟ ਹੈ। माइक म्यूट है सर। ਓਕੇ ਜੀ ਓਕੇ, ਮਾਈਕ ਤੋਂ ਮੈਂ ਚੁੱਕੇ ਹਾਂਜੀ। ਕੁਝ ਪਤਾ ਇਹ ਦੱਸਦਾ ਪਿਆ ਕਿ ਜੇ ਮੰਨ ਲਓ ਮੈਂ ਇਦਾਂ ਵਹੀਕਲ ਲੈ ਕੇ ਚੱਲਦਾ ਪਿਆ ਤੇ ਜੇ ਮੈਂ ਇਧਰ ਨੂੰ ਪਲਟਦਾ ਪਿਆ, ਜਿੱਧਰ ਨੂੰ ਮੇਰੇ ਕੋਲ ਕਹਿੰਦਾ ਜੀ ਟਰਨ ਆਂਦਾ ਪਿਆ, ਕਿਉਂਕਿ ਉਧਰ ਚਾਂਸ ਆ ਕਿ ਵੀ ਮੈਂ ਪਲਟ ਸਕਦਾ, ਉਹ ਕਹਿੰਦਾ ਓਵਰ ਟਰਨਿੰਗ ਨੂੰ ਜੇ ਅਵੋਇਡ ਕਰਨਾ ਤੇ ਇਹਦਾ ਮਤਲਬ ਆ ਓਵਰ ਟਰਨਿੰਗ ਦਾ ਮਤਲਬ ਇੱਥੇ ਜੇ ਲਵਾਂ ਤੇ ਟਰਨਿੰਗ ਇਫੈਕਟ ਯਾਨੀ ਰੋਟੇਸ਼ਨਲ ਮੋਸ਼ਨ ਆ, ਤੇ ਪੁੱਤ ਰੋਟੇਸ਼ਨਲ ਮੋਸ਼ਨ ਦੇ ਅੰਦਰ ਫੋਰਸ ਦੀ ਜਗ੍ਹਾ ਤੇ ਜਿਹੜਾ ਵਰਡ ਯੂਜ਼ ਹੁੰਦਾ ਉਹ ਟਾਰਕ ਆ। ਠੀਕ ਆ, ਜਿਹੜੀ ਟਰਮ ਫੋਰਸ ਦੀ ਜਗ੍ਹਾ ਤੇ ਐਸਐਚ ਰੋਟੇਸ਼ਨਲ ਮੋਸ਼ਨ ਚ ਅਸੀਂ ਯੂਜ਼ ਕਰਦੇ ਉਹਨੂੰ ਅਸੀਂ ਟਾਰਕ ਕਹਿੰਦੇ ਆ। ਤੇ ਬੇਟਾ ਟਾਰਕ ਦਾ ਜਨਰਲ ਫਾਰਮੂਲਾ ਲਿਖਾਂ, ਠੀਕ ਹੈ, ਤੇ ਟਾਰਕ ਦਾ ਸਿੰਬਲ ਜਿਹੜਾ ਵਾ, ਟਾਰਕ ਦਾ ਸਿੰਬਲ ਜਿਹੜਾ ਆ ਸੀ ਟਾਈਪ ਕਰਕੇ ਅਸੀਂ ਸਿੰਬਲ ਪਾਉਂਦੇ ਆ, ਆ ਨਾਲ ਇਸ ਬਿਨਾ ਇਹਦਾ ਸਿੰਬਲ ਆ, ਇਹਨੂੰ ਅਸੀਂ ਟਾਓ ਕਹਿੰਦੇ ਆ। ठीक है, इस सिंबल ਨੂੰ ਅਸੀਂ ਟਾਓ ਕਹਿੰਦੇ ਆ। ਕਹਿੰਦਾ ਟਾਰਕ ਦਾ ਜਨਰਲ ਫਾਰਮੂਲਾ ਜਿਹੜਾ ਵਾ ਇਹ ਹੁੰਦਾ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ ਫਰੋਮ ਐਕਸਿਸ ਆਫ ਰੋਟੇਸ਼ਨ। ਬੱਚੇ ਗੱਲ ਸਮਝਿਓ, ਧਿਆਨ ਨਾਲ, ਤੁਹਾਡੇ ਸਮਝਣ ਵਾਲੀ ਚੀਜ਼ ਆ। ਕਹਿੰਦਾ ਟਾਰਕ ਦਾ ਜਨਰਲ ਫਾਰਮੂਲਾ ਹੈ ਰੋਟੇਸ਼ਨਲ ਮੋਸ਼ਨ ਜਿਹਨੂੰ ਡਰਾਈਵ ਵੀ ਕਰਾਂਗੇ, ਟਾਰਕ ਦਾ ਜਨਰਲ ਫਾਰਮੂਲਾ ਹੁੰਦਾ ਫੋਰਸ into perpendicular distance from axis of rotation। ਬੋਡੀ ਨੇ ਆਪਣੇ ਸੈਂਟਰ ਦੇ ਅਬਾਊਟ, ਜਦੋਂ ਮੈਂ ਇਥੋਂ ਕਾਰ ਡਰਾਈਵ ਕਰਦਾ ਪਿਆ, ਠੀਕ ਹੈ, ਤੇ ਕਾਰ ਦਾ ਜਿਹੜਾ ਸੈਂਟਰਲ ਪੁਆਇੰਟ ਹੋਏਗਾ ਉਹਦੇ ਅਬਾਊਟ ਇਹਨੇ ਪਲਟੀ ਮਾਰਨੀ ਹੈ। ਉਹ ਕਹਿੰਦਾ ਕਿ ਜੇ ਓਵਰ ਟਰਨਿੰਗ ਅਵੋਇਡ ਕਰਨੀ ਆ ਤੇ ਜਿੰਨੀ ਇਸ ਫ੍ਰਿਕਸ਼ਨਲ ਫੋਰਸ ਨੇ ਟੁਵਰਡਸ ਦਾ ਸੈਂਟਰ ਉਹਨੂੰ ਬੈਂਡ ਕਰਾਣਾ, ਉਨੀ ਹੀ ਫੋਰਸ ਕੋਈ ਆਪੋਜ਼ਿਟ ਡਾਇਰੈਕਸ਼ਨ ਚ ਬਾਹਰਲੇ ਪਾਸੇ ਨੂੰ ਲੱਗ ਜਾਵੇ ਜਿਹੜਾ ਇਹਦੇ ਕਹਿੰਦਾ ਜੀ ਟਾਰਕ ਨੂੰ ਬੈਲੈਂਸ ਕਰੇ। ਉਹਦੇ ਲਈ ਉਹਨੇ ਐਸਐਚ ਕੰਡੀਸ਼ਨ ਕੀ ਦਿੱਤੀਆਂ, ਆ ਗੱਲ ਸਮਝਿਓ ਧਿਆਨ ਨਾਲ, ਜੋ ਦੱਸਦਾ ਜਾਵਾਂਗਾ। ਇੱਕ ਟਰਮ ਇੰਟਰੋਡਿਊਸ ਕਰਦਾ ਪਿਆ, ਟਰਮ ਹੋਏਗੀ ਸੈਂਟਰ ਆਫ ਗ੍ਰੈਵਿਟੀ। क्या पता सेंटर ऑफ ग्रेविटी क्या होता? नो सर। No, sir. बोलो की होता सेंटर ऑफ ग्रेविटी? So the point about which the mass of the body is concentrated. चलो थोड़ा जिहा मैं क्लैरिफाई कर देना। कहना point about which the weight of the body, not mass,
तो अगले रोटेशनल मोशन च जाके ਆਪਾਂ ਐਸਐਚ ਇੱਕ ਟਰਮ ਪੜਾਂਗੇ, ਟਰਮ ਹੋਏਗੀ ਸੈਂਟਰ ਆਫ ਮਾਸ। ਸੈਂਟਰ ਆਫ ਮਾਸ ਤੇ ਸੈਂਟਰ ਆਫ ਗ੍ਰੈਵਿਟੀ ਦੋ ਡਿਫਰੈਂਟ ਪੁਆਇੰਟ ਬਾਡੀ ਚ ਐਗਜ਼ਿਸਟ ਕਰਦੇ ਆ, ठीक है। ਆਪਾਂ ਕਹਿੰਦੇ कि center of gravity is a point where whole weight of the body is actually concentrated। मतलब जे आ मैं पेन लवां, इस पेन ਨੂੰ मैं अपने हथ ਤੇ ਟਿਕਾਣਾ ਹੋਵੇ ਨਾ, ਤੇ ਇਸ ਵੇਲੇ ਜਿਹੜੇ ਪੁਆਇੰਟ ਤੇ ਪੈਨ ਟਿਕ ਗਿਆ, ਇਹ ਤੋਂ ਪਰਲੇ ਪਾਸੇ ਜਾਂ ਉਰਲੇ ਪਾਸੇ ਕਿਤੇ ਟਿਕਾਣਾ ਚਾਹਾਂ, ਇਹ ਪੈਨ ਬੈਲੈਂਸ ਨਹੀਂ ਹੋਏਗਾ। ਕੋਈ ਇੱਕ ਪੁਆਇੰਟ ਆਂਦਾ ਜਿੱਥੇ ਇਹ ਪੈਨ ਜਾਂ ਕੋਈ ਬਾਡੀ ਬੈਲੈਂਸ ਹੁੰਦੀ ਹੈ ਬੇਟਾ, ठीक है। ਤੇ ਜਿੱਥੇ ਕਿਸੇ ਬਾਡੀ ਨੇ ਬੈਲੈਂਸਿੰਗ ਪੁਆਇੰਟ ਲਿੱਤਾ ਹੈ ਨਾ, ਉਹ ਬਾਡੀ ਦਾ ਸੈਂਟਰ ਆਫ ਗ੍ਰੈਵਿਟੀ ਦਾ ਪੁਆਇੰਟ ਹੁੰਦਾ। ਚਲੋ ਇਹਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਸੈਂਟਰ ਆਫ ਗ੍ਰੈਵਿਟੀ, ਸੈਂਟਰ ਆਫ ਗ੍ਰੈਵਿਟੀ ਸਿਮੈਟ੍ਰੀਕਲ ਸ਼ੇਪ ਦੀ ਜਿਹੜੀਆਂ ਬਾਡੀਜ਼ ਨੇ, ਮਤਲਬ ਜਿਹਦੇ ਅੰਦਰ ਮਾਸ ਦੀ ਡਿਸਟ੍ਰੀਬਿਊਸ਼ਨ ਯੂਨੀਫਾਰਮ, ਜਿੱਦਾਂ ਉਹਦਾ ਮੋਬਾਈਲ ਹੋ ਗਿਆ, ਇਹਦਾ ਐਸਐਚ ਮਾਸ ਸਾਰੀ ਥਾਂ ਤੇ ਯੂਨੀਫਾਰਮਲੀ ਡਿਸਟ੍ਰੀਬਿਊਟਡ ਆ, ਇਸ ਲਈ ਇਹਦਾ ਸੈਂਟਰ ਆਫ ਗ੍ਰੈਵਿਟੀ ਜਿਹੜਾ ਉਹ ਇਹਦੇ ਜਿਓਮੈਟ੍ਰੀਕਲ ਸੈਂਟਰ ਤੇ ਆ ਜਾਏਗਾ। ਇਹਦਾ ਸਿਮਿਲਰ ਵੇ, ਠੀਕ ਹੈ ਜੀ, ਆਪਣੇ ਕੋਲ ਜੇਕਰ ਡਿਫਰੈਂਟ ਸ਼ੇਪ ਦੀ ਬਾਡੀਜ਼ ਨੇ, ਤੁਸੀਂ ਕਹਿੰਦੇ ਜਿੱਥੇ ਬਾਡੀ ਦਾ ਜਿਓਮੈਟ੍ਰੀਕਲ ਸੈਂਟਰ ਆ, ਉਹ ਪੁਆਇੰਟ ਬਾਡੀ ਦਾ ਐਸਐਚ ਸੈਂਟਰ ਆਫ ਗ੍ਰੈਵਿਟੀ ਹੁੰਦਾ। ਜਿਹਦਾ ਪੁੱਤ ਟ੍ਰਾਇੰਗਲ ਹੋਵੇ, ਟ੍ਰਾਇੰਗਲ ਦਾ ਜਿਓਮੈਟ੍ਰੀਕਲ ਸੈਂਟਰ ਜਿਹੜਾ ਉਹਦਾ ਸੈਂਟਰੋਇਡ ਆ, ਇਹਦਾ ਮਤਲਬ ਆ ਟ੍ਰਾਇੰਗਲ ਦਾ ਜਿਹੜਾ ਸੈਂਟਰ ਆਫ ਗ੍ਰੈਵਿਟੀ ਪੁਆਇੰਟ ਆ ਉਹ ਸੈਂਟਰੋਇਡ ਹੋਏਗਾ। क्या गल समझ लगती भी सेंटर ऑफ ग्रेविटी दी? Yes, sir. Yes, sir. Yes, sir. चलो डन। हुण उन्हें कहा कि भी एसएच जिथे एक कार दा पूरा वेट बैलेंस है ना, वो पॉइंट दा सेंटर ऑफ ग्रेविटी आ, यानी आ असली दा सेंटर ऑफ ग्रेविटी दा सेंटर पॉइंट मान लिया। इथों ਅਸੀਂ ਮੰਨਦੇ ਪਏ ਉਸ ਬਾਡੀ ਦਾ ਪੂਰਾ weight ਜਿਹੜਾ ਵਾ ਉਹ ਡਾਊਨਵਰਡ ਲਾਈ ਕਰਦਾ, यानी ਆ ਪੁਆਇੰਟ ਹੋ ਗਿਆ। ਇਥੋਂ ਅਸੀਂ ਕਹਿੰਦੇ ਬਾਡੀ ਦਾ weight ਜਿਹੜਾ ਉਹ ਲਾਈ ਕਰਦਾ ਪਿਆ mg। ਜਿਹੜੇ ਦੋਨੋਂ ਵੀਲ ਹੋਗੇ है ना, ਉਹਦੇ ਜਿਹੜੇ 4 ਵੀਲ ਆ, ਜਿਹੜੇ ਫਰੰਟ 2 ਵੀਲ ਆ ਗਏ, ਅਸੀਂ ਕਹਿੰਦੇ ਜੀ ਉਹ ਫਰੰਟ ਵੀਲ ਅਸੀਂ ਮੰਨ ਲਓ ਆ ਸ਼ੋ ਆਫ ਕੀਤੇ ਆ, ਇਹਦੇ ਵਿਚਲਾ ਉਹਨੇ ਡਿਸਟੈਂਸ ਜਿਹੜਾ 2 ਵੀਲ ਦਾ, ਠੀਕ ਹੈ ਜੀ, ਵੀਲ ਟੂ ਵੀਲ ਜਿਹੜਾ ਡਿਸਟੈਂਸ ਉਹ 2x ਮੰਨ ਲਿਆ। ਇਹਦਾ ਮਤਲਬ ਸੈਂਟਰ ਤੋਂ ਕਿਸੇ ਇੱਕ ਵੀਲ ਦਾ ਡਿਸਟੈਂਸ ਮੇਰਾ x ਕੰਸੀਡਰ ਹੋ ਜਾਏਗਾ, ਠੀਕ ਹੈ। ਤੇ ਸੈਂਟਰ ਆਫ ਗ੍ਰੈਵਿਟੀ ਜਿਹੜਾ ਵਾ ਇਹ ਗਰਾਊਂਡ ਲੈਵਲ ਤੋਂ ਅਸੀਂ ਮੰਨ ਲਿਆ h ਮੀਟਰ ਹਾਈਟ ਤੇ ਆ। कुछ वेरिएबल इंट्रोड्यूस होंगे पे, ठीक है, वो वेरिएबल समझियो, ठीक है। जिदा मैं खड़ा हाँ, मेरी बॉडी का मान लो सेंटर ऑफ ग्रेविटी मेरे ते सेंटर ते होवे, ते एक ग्राउंड तो एज सच मैं मान लांगा h मीटर हाइट ते है। इनदा सिमिलर वे सी आ क्या वा कि भी जेड़ा कार दा एज सच सेंटर ऑफ ग्रेविटी आ, ये ग्राउंड लेवल तो h मीटर हाइट ते आ, ठीक है, ते बॉडी दे सेंटर च। ते इस वेले आपां कह रहे कि जदों व्हीकल ने ओवरटर्न होने की कोशिश होनी है, यानी जो ने तो मूव करके जाना, ते जे ओदी ओवरटर्निंग नो अवॉइड करना, ते इस वेले इस बॉडी ते एक फोर्स जेडी होर लाई करदी, ठीक है, फ्रिक्शनल फोर्स दे कोरेस्पोंडिंग, फ्रिक्शनल फोर्स मैनू सेंट्रीपिटल फोर्स देगी। ਇਹਦੇ ਕੋਰਸਪੋਂਡਿੰग ਅਸੀਂ ਕਿਹਾ ਸੀ ਇੱਕ ਫੋਰਸ ਜਿਹੜੀ ਆ ਉਹ ਅਵੇ ਫਰਮ ਦਾ ਸੈਂਟਰ लाई ਕਰਦੀ ਹੈ। ਜਿਹੜੀ ਫ੍ਰਿਕਸ਼ਨਲ ਫੋਰਸ ਆ ਉਹਨੇ ਬਾਡੀ ਨੂੰ ਸੈਂਟਰੀਪੀਟਲ ਫੋਰਸ ਦੇਣੀ ਆ, ਤੇ ਇਟ ਆਲਵੇਜ਼ ਐਕਟ ਟੁਵਰਡਸ ਦਾ ਸੈਂਟਰ। ਔਰ ਜਿਹੜੀ ਫੋਰਸ ਬਾਡੀ ਨੂੰ ਐਸ ਸੱਚ ਪਲਟਣ ਤੋਂ ਰੋਕੇਗੀ, ਓਵਰਟਰਨਿੰਗ ਨੂੰ ਅਵੋਇਡ ਕਰੇਗੀ, ਹੈ ਨਾ, ਇਟ ਮਸਟ ਬੀ ਐਕਟਿੰਗ ਅਵੇ ਫਰਮ ਦਾ ਸੈਂਟਰ। ਤੇ ਜਿਹੜੀ ਫੋਰਸ ਅਵੇ ਫਰਮ ਦਾ ਸੈਂਟਰ लाई ਕਰਦੀ ਆ, ਉਸ ਫੋਰਸ ਨੂੰ ਕੱਲ ਇੱਕ ਨਾਮ ਦਿੱਤਾ ਸੀ, that force is called as a Centrifugal force. very good, ਬਿਲਕੁਲ, that force is called as a centrifugal force। और ਅਸੀਂ ਕਿਹਾ ਸੀ centripetal और centrifugal वैल्यू वाइज दोनों फोर्सेस इक्वल होंगी। केवल जे ओवरटर्निंग नहीं होने दे रहे ते इधरों जेडी फोर्स टुवर्ड्स द सेंटर है ना, ये सेंट्रीपिटल फोर्स दा सोर्स आ, ते इहदे अगेंस्ट जेडी फोर्स तुहाडे कोल अवे फ्रॉम द सेंटर लगदी पई, वो फोर्स मेरी जेडी आ ओनू FC डैश लिख दियो। FC सिंबल सेंट्रीपिटल नहीं चलदा पिया, FC डैश सेंट्रीफ्यूगल लिया, पर वैल्यू वाइज सेंट्रीपिटल ते सेंट्रीफ्यूगल इक्वल होंदी है। क्या आ फिगर दा इना पोर्शन समझ लग गया? Yes, sir. Yes, Yes, sir. चलो हुण पुੱਤ आही एक चीज लास्ट समझो ध्यान नाल, ठीक है जी। टॉर्क दा जनरल फार्मूला से लिखता कि कोई एक फोर्स ले लो ते एदा एक्सिस ऑफ रोटेशन दे अबाउट परपेंडिकुलर डिस्टेंस ले लो। हुण जे मैं इस वेले ते चला ते मेरे कोल जेडी फोर्सेस दो आ गईयां, एक आ गई FC
एक आ गई F, ठीक है। ਤੇ ਇਹਨਾਂ ਦੋਨਾਂ ਦੇ ਇਸ ਸੈਂਟਰ ਤੋਂ ਜੇ ਪਰਪੈਂਡੀਕੂਲਰ ਡਿਸਟੈਂਸ ਲਵਾਂ, ਠੀਕ ਹੈ ਜੀ, ਜੇ ਫੋਰਸ ਹੌਰੀਜ਼ੌਂਟਲ ਆ ਤੇ ਪਰਪੈਂਡੀਕੂਲਰ ਡਿਸਟੈਂਸ ਵਰਟੀਕਲ ਹੋ ਜੂ। ਜੇ ਫੋਰਸ ਮੇਰੀ ਐਸਐਚ ਆ ਵਾਲੀ ਕੰਸੀਡਰ ਕਰਾਂ ਤੇ ਇਹਦੇ ਕੋਰਸਪੋਂਡਿੰਗ ਮੇਰੇ ਕੋਲ ਜਿਹੜਾ ਕਹਿੰਦਾ ਜੀ ਸੈਕਿੰਡ ਕਹਿੰਦਾ ਜੀ ਪਰਪੈਂਡੀਕੂਲਰ ਡਿਸਟੈਂਸ ਆ। क्या इन्नी गल क्लियर है पहलो? Yes, sir. yes सर sir एक बार रिपीट कर दो, समझ नहीं आई परपेंडिकुलर डिस्टेंस। मैं आ दस्या बच्चे कि जे मान लो आ एक रॉड आ इनु मैं दे सेंटर दे अबाउट बैलेंस कीता होया ते इस वेले इस रॉड ते जेड़ियां दो मान लो इथे फोर्सेस लाई करदियां पईयां, ठीक है। ते जदों मैं ऐसा चे कहूंगा कि भी ए बीम जेड़ा ए मेरे को ना इधर नहीं जा रहा, ਇਹ ਮਤਲਬ ਦੋਨੋਂ ਪਾਸੇ ਜਿੰਨਾ ਐਂਟੀ ਕਲੌਕਵਾਈਜ਼ ਤੇ ਜਿੰਨਾ ਕਲੌਕਵਾਈਜ਼ ਇਹਦੇ ਤੇ ਟਾਰਕ ਬਣਦਾ ਉਹ ਇਕੁਅਲ ਤੇ ਟਾਰਕ ਹੋਏਗਾ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ, ਇਧਰੋਂ ਟਾਰਕ ਹੋਏਗਾ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ। ਇੱਕ ਜੇ ਟਰਨਿੰਗ ਮੇਰੇ ਕੋਲ ਐਂਟੀ ਕਲੌਕਵਾਈਜ਼ ਦੇ ਰਿਹਾ ਤੇ ਦੂਜੀ ਮੈਨੂੰ ਟਰਨਿੰਗ ਕਲੌਕਵਾਈਜ਼ ਮਿਲਦੀ ਪਈ, ਜਦੋਂ ਇੱਕ ਦੀ ਐਂਟੀ ਔਰ ਇੱਕ ਦੀ ਕਲੌਕ ਇਹ ਆਪਸ ਵਿੱਚ ਬੈਲੈਂਸ ਹੋ ਜਾਣਗੀਆਂ ਤੇ ਬਾਡੀ ਜਿਹੜੀ ਓਵਰਟਰਨ ਤਾਂ ਨਹੀਂ ਕਰੇਗੀ। कोई गल समझ लगी? हाँ जी, वो आवाज आ रही है? Yes, sir. yes sir Yes, sir. चलो पता नहीं की हो रहा, सिग्नल पीछे ब्रेक हो। चलो चैतन्य गल समझ लगी जो दस रहा सी? हाँ जी सर। ਸੋ ਤੇ ਦੋ ਫੋਰਸਸ ਜੇਕਰ ਆ ਗਈਆਂ ਤੇ ਇਹਨਾਂ ਦੇ ਪਰਪੈਂਡੀਕੂਲਰ ਡਿਸਟੈਂਸ ਜਿਹੜੇ ਉਹਦੇ ਨਾਲ ਅਸੀਂ ਐਸ ਚ ਟਰਨਿੰਗ ਇਫੈਕਟ ਲਿਖਦੇ ਯਾਨੀ ਟਾਰਕ ਲਿਖਦੇ ਹਾਂ। ਐਸ ਦੇ ਬਾਡੀ ਤੇ ਇਸ ਬੀਮ ਤੇ ਅਸੀਂ ਕਹਿੰਦੇ ਦੋ ਟਾਰਕ ਆ, ਇੱਕ ਇਸ ਫੋਰਸ ਤੋਂ ਬਣੇਗਾ ਇੱਕ ਇਸ ਫੋਰਸ ਤੋਂ, ਤੇ ਜੇ ਇਹ ਆਪਸ ਦੇ ਵਿੱਚ ਬੈਲੈਂਸ ਹੋਣਗੇ ਫਿਰ ਅਸੀਂ ਕਹਿੰਦੇ ਜਿਹੜੇ ਆ ਬੀਮ ਆ ਇਹ ਨਾ ਐਂਟੀ ਕਲੌਕਵਾਈਜ਼ ਨਾ ਕਲੌਕਵਾਈਜ਼ ਨੇ ਓਵਰਟਰਨ ਕਿਸੇ ਪਾਸੇ ਨੂੰ ਵੀ ਨਹੀਂ ਹੋਣ। ਇਨ ਦਾ ਸਿਮਿਲਰ ਵੇ ਉਹੀ ਸੇਮ ਕੰਡੀਸ਼ਨ ਆਪਾਂ ਇਸ ਫਿਗਰ ਦੇ ਅਕੋਰਡਿੰਗਲੀ ਬਣਾ ਰਹੇ। इतना समय लग रहा? यस सर। yes sir Yes, sir. चलो एक फोर्स मेरे को आ गई डाउनवर्ड mg, ठीक है, जेडी आ डाउनवर्ड फोर्स आ गई, ठीक है, ते ਇਹਦੇ ਕੋਰਸਪੋਂਡਿੰग ਐਕਸਿਸ ਤੋਂ ਇਹਦਾ ਜਿਹੜਾ ਆ ਡਿਸਟੈਂਸ ਆ ਗਿਆ। ਹੁਣ ਫੋਰਸ ਇੱਥੇ ਵਰਟੀਕਲ ਆ ਤੇ ਡਿਸਟੈਂਸ ਮੇਰਾ ਆ ਹੌਰੀਜ਼ੌਂਟਲ ਆ ਜੂ, ਠੀਕ ਆ। ਇਹਦਾ ਮਤਲਬ ਆਪਾਂ ਇੱਥੇ ਜੇ ਇੱਕ ਕੰਡੀਸ਼ਨ ਲਈਏ, ਫॉर नो ओवरटर्निंग ऑफ द कार, for no overturning of the car, दो टॉर्क आपस में बैलेंस करने लग गया, ठीक है जी। एक टॉर्क मेरे को आ गया mg फोर्स आ गई, वर्टिकल फोर्स आ गई, ते एदा एक्सिस तो हॉरिजॉन्टल डिस्टेंस जेड़ा, ठीक है, वो मेरे को एस एच x इन्वॉल्व हो जाएगा mg into x, ते दूजे पासे मेरे को जेडी फोर्स आ, ठीक है, ओदी वैल्यू mv स्क्वायर बाय r आ, ठीक है, ओदी वैल्यू मेरे को mv स्क्वायर बाय r आ ਤੇ ਇਹਦਾ ਐਸ ਸੱਚ ਜਿਹੜਾ ਇਹ ਤੋਂ ਪਰਪੈਂਡੀਕੂਲਰ ਡਿਸਟੈਂਸ ਆ ਉਹ ਮੇਰੇ ਕੋਲ h ਆ ਜਾਏਗਾ, ਯਾਨੀ mv²r h। ਆ ਇੱਕ ਕੰਡੀਸ਼ਨ ਆਪਾਂ ਐਸ ਸੱਚ ਕਾਰ ਦੀ ਓਵਰਟਰਨਿੰਗ ਨੂੰ ਅਵੋਇਡ ਕਰਨ ਲਈ ਯੂਜ਼ ਕਰਦੇ ਆ। क्या ਇਹ ਕੰਡੀਸ਼ਨ ਸਮਝ ਲੱਗੀ? Yes, sir. यस सर। Yes. ਸਾਰਿਆਂ ਨੂੰ ਕਲੀਅਰ ਹੈ yes ਬੇਟਾ? sir ਚਲ यस सर। ਸੋ ਇਹਨੂੰ ਕੁਝ ਸੋਲਵ ਕਰ ਲਓ। ਵੈਲੋਸਿਟੀ ਕੈਨਸਲ ਹੋ ਗਈ, ਉਸ ਤੋਂ ਬਾਅਦ ਆਪਣੇ ਕੋਲ ਇਤੋਂ ਜੇ ਵੈਲੋਸਿਟੀ ਸੌਰੀ ਮਾਸ ਕੈਨਸਲ ਆ, ਇਤੋਂ v² ਦੀ ਵੈਲਿਊ ਕੱਢ ਦੋ ਤੇ v² ਆ ਗਿਆ ਆਪਣੇ ਕੋਲ gxr/h, ਔਰ ਇਥੋਂ ਵੈਲੋਸਿਟੀ ਕੱਢੀ ਸੀ ਆਪਾਂ √, ਠੀਕ ਹੈ, grx/h। ਯਾਨੀ ਆ ਵੇਰੀਏਬਲ ਮੈਨੂੰ ਪਤਾ ਹੋਣੇ ਚਾਹੀਦੇ ਆ ਕਿ ਦੋ ਵੀਲ ਦੇ ਵਿਚਲਾ ਜਿਹੜਾ ਗੈਪ ਕਿੰਨਾ, ठीक है जी, x यानी मैंने वेरिएबल पता होवे जेड़े सर्कल पे मूव करते पे ओदा रेडियस कितना, ते तीजा सेंटर ऑफ ग्रेविटी जेड़ा वा वो ग्राउंड लेवल तो कितनी हाइट ते आ। इन्हां तीन चीजां दी हेल्प नाल तुसी एसएच कितना जी जेड़ा वा वो वेलोसिटी ऑफ द व्हीकल कर सकदे हो टू अवॉइड ओवरटर्निंग। ये पार्ट इंपॉर्टेंट सेगा, क्या समझ लग्या सारियां नूं? Yes, sir. yes sir यस सर। जे एमवी स्क्वायर वाला नहीं पता लग गया उधरली साइड। ताकि mv²/r मेरी सेंट्रीफ्यूगल फोर्स आ, सेंट्रीपिटल ते सेंट्रीफ्यूगल ये दो फोर्सेस आपस में इक्वल होंदियां। वैल्यू पता कित्थों लेती कि नहीं पता? हाँ जी पता लग गया। अब टॉपिक पढ़िया सी सेंट्रीपिटल एक्सेलरेशन,
ਸੈਂਟਰੀਪੀਟਲ ਐਕਸਲਰੇਸ਼ਨ ਦੀ ਵੈਲਿਊ ਆਪਾਂ ਦੱਸੀ ਸੀਗੀ ਉਹ ਹੁੰਦੀ v²/r, ਠੀਕ ਆ। ਤੇ ਜੇ ਮੈਂ ਸੈਂਟਰੀਪੀਟਲ ਫੋਰਸ ਲਿਖਣੀ ਆ, ਠੀਕ ਹੈ, ਸੈਂਟਰੀਫਿਊਗਲ ਤੇ ਸੈਂਟਰੀਪੀਟਲ ਵੈਲਿਊ ਵਾਈਜ਼ ਇਕੁਅਲ ਆ। ਸੈਂਟਰੀਪੀਟਲ ਅਸੀਂ ਕਹਿੰਦੇ ਹੁੰਦੇ ਆ ਹਮੇਸ਼ਾ ਟੁਵਰਡਸ ਦਾ ਸੈਂਟਰ ਲੱਗਦੀ, ਜਿਹਦੀ ਟੈਂਡੈਂਸੀ ਆ ਕਿ ਬਾਡੀ ਨੂੰ ਸਟ੍ਰੇਟ ਲਾਈਨ ਪਾਥ ਤੋਂ ਕੱਢ ਕੇ ਸਰਕੂਲਰ ਪਾਥ ਤੇ ਲੈ ਕੇ ਜਾਣਾ। ਔਰ ਜਦੋਂ ਬਾਡੀ ਨੂੰ ਅਸੀਂ ਕਹਿੰਦੇ ਤੁਸੀਂ ਸਟ੍ਰੇਟ ਤੋਂ ਸਰਕੂਲਰ ਤੇ ਲੈ ਕੇ ਗਏ ਨਾ, ਤੇ ਬਾਡੀ ਦੀ ਨੈਚੁਰਲ ਟੈਂਡੈਂਸੀ ਹਰ ਵੇਲੇ ਬਣੀ ਰਹਿੰਦੀ ਹੈ ਕਿ ਸਰਕੂਲਰ ਪਾਥ ਨੂੰ ਲੀਵ ਕਰਕੇ ਆਪਣੇ ਸਟ੍ਰੇਟ ਲਾਈਨ ਪਾਥ ਤੇ ਨਿਕਲੇ। ਤੇ ਉਸ ਮੂਮੈਂਟ ਤੇ ਸੈਂਟਰੀਪੀਟਲ ਦੇ ਅਗੇਂਸਟ ਜਿਹੜੀ ਫੋਰਸ, ਠੀਕ ਹੈ, ਬਾਡੀ ਨੂੰ ਇਹ ਟੈਂਡੈਂਸੀ ਪ੍ਰੋਵਾਈਡ ਕਰਦੀ, ਉਹਨੂੰ ਅਸੀਂ ਕਹਿੰਦੇ ਹਾਂ ਸੈਂਟਰੀਫਿਊਗਲ ਫੋਰਸ ਆ। ਸੈਂਟਰੀਪੀਟਲ ਜਾਂ ਸੈਂਟਰੀਫਿਊਗਲ ਕੋਈ ਵੀ ਲਿਖਣੀ ਹੋਵੇ, ਫੋਰਸ ਦਾ ਜਨਰਲ ਫਾਰਮੂਲਾ ਮਾਸ ਇਨਟੂ ਐਕਸਲਰੇਸ਼ਨ ਆ ਐਕਸਲਰੇਸ਼ਨ ਦੀ ਵੈਲਿਊ ਬਣੀ ਹੋਈ ਆ। ਇਹਨੂੰ ਸਿਰਫ ਜੇ ਮੈਂ ਮਾਸ ਨਾਲ ਮਲਟੀਪਲਾਈ ਕਰਦਾ ਦੋਨੋਂ ਪਾਸੇ, ਤੇ ਆ ma ਦੀ ਵੈਲਿਊ mv²/r ਆ ਜਾਊ। ਜਗਨੂਰ ਸਿੰਘ ਕਲੀਅਰ ਆ? जगनूर क्लियर है ना? सर वो 2x का हाँ है जी सर। बीच में खड़ा। हाँ जी बोलो, कौन बोले सी? सर वो आपकी स्क्रीन वो ब्लर होगी। हाँ बोलो। 2x कैसे आया वो 2x? तो 2x ਅਸੀਂ distance between the two wheel consider ਕੀਤਾ ਵਾ। ਅਸੀਂ ਕਹਿੰਦੇ ਜਿਹੜੇ ਦੋ wheel ਨੇ ਹਨਾ, ਇਹਦੇ ਤੇ ਵੀ ਡਿਪੈਂਡੈਂਟ ਹੋਏਗੀ ਕਿ ਤੁਹਾਡਾ ਜਿਹੜਾ ਐਸਐਚ ਵਹੀਕਲ ਹੈਗਾ ਉਹਦੇ ਦੋ ਟਾਇਰ ਦੇ ਵਿਚਲਾ ਗੈਪ ਕਿੰਨਾ ਵਾ, ਠੀਕ ਹੈ। ਉਹ ਵੀ ਡਿਸਾਈਡ ਕਰੂਗਾ ਕਿ ਤੁਹਾਡੇ ਕੋਲ ਐਸਐਚ ਵਹੀਕਲ ਦੇ ਮੂਵ ਕਰਨ ਦੀ ਵੈਲੋਸਿਟੀ ਕਿੰਨੀ। ਜਿੰਨਾ ਗੈਪ ਦੋ ਵੀਲ ਦੇ ਵਿਚਲਾ ਜ਼ਿਆਦਾ ਹੋਏਗਾ, ਯਾਨੀ ਜਿੰਨੇ ਚੌੜੇ ਮੇਰੇ ਕੋਲ ਟਾਇਰ ਨੇ ਹਨਾ, ਉਹਦੇ ਅਕੋਰਡਿੰਗਲੀ ਉਹਦੀ ਵੈਲੋਸਿਟੀ ਵੀ ਜਿਹੜੀ ਆ ਉਹ ਡਾਇਰੈਕਟਲੀ ਟੂ x ਹੋਏਗੀ। ਜੇ ਗੈਪ ਜ਼ਿਆਦਾ, ਠੀਕ ਹੈ, ਤੇ ਇਹਦੇ ਨਾਲ ਮੇਰੀ ਜਿਹੜੀ ਵੈਲੋਸਿਟੀ ਆ ਓਵਰਟਰਨਿੰਗ ਵਾਸਤੇ ਮੈਨੂੰ ਜ਼ਿਆਦਾ ਚਾਹੀਦੀ, ਠੀਕ ਆ। ਤੇ ਹਾਈਟ ਸੀਗੀ ਆਪਣੇ ਕੋਲ ਸੈਂਟਰ ਆਫ ਗ੍ਰੈਵਿਟੀ ਜਿੱਥੇ ਬਾਡੀ ਚਲਾਈ ਕਰਦਾ, ਉਸ ਪੁਆਇੰਟ ਤੋਂ ਲੈ ਕੇ ਗਰਾਊਂਡ ਲੈਵਲ ਤੱਕ ਦਾ ਡਿਸਟੈਂਸ ਜਿਹੜਾ। ਕਲੀਅਰ ਆਕਾਸ਼? जगनूर जी, चीज क्लियर? मैं जल्दी जल्दी बोलो, मैं करा कंटिन्यू। हाँ जी सर क्लियर। ओके, किसी का कोई और डाउट है तो बोलो बेटा जल्दी, नहीं तो नेक्स्ट टॉपिक शुरू करिए। नो सर, तो क्लियर। No sir. क्लियर है जी? Yes sir. Yes sir. हाँ जी सर क्लियर। यस सर। ओके जी, चल नेक्स्ट डेरिवेशन इंपॉर्टेंट है थोड़ी, इसे तो ही कंटिन्यू आ। इसलिए टॉपिक की कोई द्वारा दसिया वा कि ਇਹਦੇ ਨਾਲ ਹੀ ਜੁੜ ਕੇ ਆਪਾਂ ਅੱਗੇ ਨੂੰ ਚੱਲਾਂਗੇ ਬੇਟਾ। ਨੈਕਸਟ ਟੌਪਿਕ ਹੈਗਾ ਤੁਹਾਡੇ ਕੋਲ ਟੌਪਿਕ ਦਾ ਨਾਮ बैंकिंग ऑफ रूट्स। बैंकिंग ऑफ रूट, कोई बोलेगा बैंकिंग ऑफ रूट का मतलब की है? सर जैसे जो मोड़ होते हैं हल्का सा एंगल दे देते हैं मोड़ को ताकि गाड़ी स्टेबल रहे। कितना? सर जैसे जो मोड़ बनाते हैं सर, वो जैसे यू टर्न बना रहे हैं सर, तो हल्का सा रोड को इंक्लाइन देना सर। शाबाश, बिल्कुल ठीक। सर स्पीड थोड़ी तेज होगी। स्पीड थोड़ी तेज हो नहीं, मैं तो ये पूछा बैंक रोड हुंदी की है? ਜਿਹੜਾ ਬੈਂਕਿੰਗ ਵਰਡ ਆ ਉਹਦਾ ਮਤਲਬ ਆਪਾਂ ਲੈਣਾ ਹੋਵੇ ਉਹਦਾ ਕੀ ਮਤਲਬ ਹੈ ਇਹ ਪੁੱਛ ਰਿਹਾ ਸਰ। ਟਿਲਟ। बिल्कुल टिल्ट। क्यों करते होवांगे टिल्ट? सर ताकि जब हाई स्पीड पर कोई गाड़ी टर्न करे सर, तो वो मतलब स्टेबलाइज मतलब बाहर को जाने की टेंडेंसी रखती है सर। जैसे जब उसका डायरेक्शन चेंज करते हैं सर, तो इनर्शिया के कारण वो बाहर की तरफ जाने की कोशिश करती है सर गाड़ी। और बोलो कोई है ना जिधर दिमाग से इको जने ने थोड़ा बोल दिया ना, बोलो स्लिप नहीं होता वही गड़बड़ हो। सर ताकि स्पीड मैक्सिमम आवे। स्लिपिंग नहीं होती। चलो बिल्कुल जी। क्लास किने किने कर लिया है टॉपिक?
क्लास से टॉपिक किन्हां नूं कराता होया? ਸਾਨੂੰ हम्म ਸਾਨੂੰ ਕਰਵਾਤਾ ਤੁਹਾਨੂੰ ਕਰਵਾਤਾ ਤੇ ਤੁਹਾਨੂੰ ਆਂਦਾ ਵੀ ਹੋਊਗਾ। ਨਹੀਂ ਸਰ ਥੋੜਾ ਕਰਵਾਇਆ ਵਾ ਹਾਂ ਥੋੜਾ ਬਹੁਤਾ ਹਾਂ ਫੁੱਟ ਖਾਣੀਆਂ। ਚਲੋ ਸਮਝੀਏ ਆਪਾਂ ਟੌਪਿਕ ਆ ਬਤੋ ਬੈਂਕਿੰਗ ਆਫ ਰੋਡ। ਬੈਂਕਿੰਗ ਆਫ ਰੋਡ ਕਿਹਨੂੰ ਕਹਿੰਦੇ? ਸਭ ਤੋਂ ਪਹਿਲਾਂ ਉਹਦੀ ਡੈਫੀਨੇਸ਼ਨ ਤੋਂ ਗੱਲ ਸ਼ੁਰੂ ਕਰ ਰਿਹਾ। ਕਹਿੰਦਾ the phenomena of raising one edge of the road with respect to other edge। ठीक है, the phenomena of raising one edge of the road with respect to other edge, that phenomena is called as a banking। ਕਹਿੰਦਾ ਵੀ ਉਹ ਕੀ ਚੀਜ਼ ਹੁੰਦੀ? ਤੇ ਬੱਚੇ ਇਹਦੀ ਇੱਕ ਸਿੰਪਲ ਐਗਜ਼ਾਮਪਲ ਆ ਦੇ ਰਿਹਾ ਕਿ ਜਦੋਂ ਤੁਸੀਂ ਮੰਨ ਲਓ ਕੋਈ ਰੋਡ ਜਿਹੜੀ ਆ ਹਨਾ, ਆ ਮੰਨ ਲਓ ਮੇਰੇ ਕੋਲ ਕਹਿੰਦਾ ਜੇ ਅਸੀਂ ਕਹਿੰਦੇ ਕੋਈ ਰੋਡ ਜਾ ਰਹੀ ਆ, ਠੀਕ ਹੈ, ਰੋਡ ਦੇ ਇਨਰ ਸਾਈਡ ਜਿਹੜੀਆਂ ਨੇ ਉਹਨੂੰ ਹਲਕਾ ਜਿਹਾ ਟਿਲਟ ਕਰ ਦਿੱਤਾ ਜਾਏਗਾ ਵਿਦ ਰਿਸਪੈਕਟ ਟੂ ਆਊਟਰ ਐਜ। ਬਾਹਰ ਵਾਲੇ ਐਜ ਨਾਲੋਂ ਅੰਦਰ ਵਾਲੇ ਐਜ ਨੂੰ ਹਲਕਾ ਜਿਹਾ ਜਿਹੜਾ ਵਾ ਹਨਾ ਉਹਨੂੰ ਥੋੜਾ ਟਿਲਟ ਕੀਤਾ ਜਾਂਦਾ। ਕਹਿੰਦਾ ਵੀ ਟਿਲਟਿੰਗ ਦੀ ਐਡਵਾਂਟੇਜ ਕੀ ਹੈ ਜਾਂ ਟਿਲਟਿੰਗ ਕਰਦੇ ਕਿਉਂ? ਆਪਾਂ ਪਿਛਲਾ ਟੌਪਿਕ ਪੜਿਆ, ਠੀਕ ਹੈ, ਟੌਪਿਕ ਸੀਗਾ ਰਾਉਂਡਿੰਗ ਏ ਲੈਵਲ ਕਰਵ ਰੂਟ। ਉਹਦੇ ਅੰਦਰ ਜੇ ਵੈਲੋਸਿਟੀ ਦਾ ਮੈਂ ਮੇਨ ਫਾਰਮੂਲਾ ਲਿਖਣਾ ਤੇ ਆਪਣੇ ਕੋਲ ਆਇਆ v should be less than or equal to root mu rg। ਇਹਦਾ ਮਤਲਬ ਹੈ ਜਿਹੜੇ ਕਿਸੇ ਆਪਾਂ ਟਰਨ ਤੇ ਮੁੜਦੇ ਪਏ ਆ ਜਿਹਦਾ r ਰੇਡੀਅਸ ਹੈਗਾ ਹਨਾ, ਇਹ ਵੈਲੋਸਿਟੀ ਮੇਨ ਕਿਹੜੀ ਚੀਜ਼ ਤੇ ਡਿਪੈਂਡੈਂਟ ਹੈ? रेडियस ਹਾਂ रेडियस सर ਜਦ ਮੈਂ ਤੈਨੂੰ 10 ਵਾਰੀ ਕਿਹਾ ਉੱਚੀ ਬੋਲਿਆ ਕਰ। सर रेडियस पे मेनली डिपेंडेंट है। ਨਹੀਂ ਮੈਨੂੰ ਨਹੀਂ ਸਮਝ ਲੱਗੀ ਕੀ ਕਿਹਾ ਤੂੰ, ਉੱਚੀ ਬੋਲ ਥੋੜਾ ਜਿਹਾ। सर रेडियस पे डिपेंडेंट है। ਰੇਡੀਅਸ ਤੇ ਤਾਂ ਮੈਂ ਕਹਿ ਹੀ ਦਿੱਤਾ ਕਿ ਵੀ ਰੇਡੀਅਸ ਤਾਂ ਮੇਰਾ ਮੰਨ ਲਓ ਕੋਈ ਤੁਸੀਂ ਮੋੜ ਤੇ ਜਾਣਾ, ਕਿਸੇ ਚੌਂਕ ਦੇ ਵਿੱਚੋਂ ਮੁੜਦੇ ਪਏ ਹੋ, ਠੀਕ ਹੈ, ਉਹਦਾ ਰੇਡੀਅਸ ਫਿਕਸ ਆ, ਠੀਕ ਹੈ, ਯਾਨੀ r ਉਹਦਾ ਫਿਕਸ ਹੋਵੇ ਤੇ ਉਸ ਵੇਲੇ ਵੈਲੋਸਿਟੀ ਦੀ ਮੇਨ ਡਿਪੈਂਡੈਂਸ ਤੇ ਧਿਆਨ ਦਿਓ ਤੇ ਕਿਹਦੇ ਤੇ? ਮਿਊ ਤੇ ਆ। ਮਿਊ ਕੀ ਚੀਜ਼ ਹੈ ਇਹਦੇ ਅੰਦਰ? ਕੋਐਫੀਸ਼ੀਐਂਟ ਆਫ ਫ੍ਰਿਕਸ਼ਨ। ਕੋਐਫੀਸ਼ੀਐਂਟ ਆਫ ਫ੍ਰਿਕਸ਼ਨ। ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਕੀ ਡਿਸਾਈਡ ਕਰਦਾ ਮੈਨੂੰ? ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਮੈਨੂੰ ਐਸ ਸੱਚ ਕੀ ਦੱਸਣਾ ਚਾਹੁੰਦਾ? ਉਹਦੇ ਤੋਂ ਜੇ ਮੈਨੂੰ ਮਿਊ ਦੀ ਕੁਝ ਵੈਲਿਊ ਪਤਾ ਕਿ ਇੱਕ ਮਿਊ ਦੀ ਵੈਲਿਊ 0.1 ਹੋਵੇ, ਇੱਕ ਮਿਊ ਦੀ ਵੈਲਿਊ 0.5 ਹੋਵੇ ਤੇ ਮੈਂ ਦੋਨਾਂ ਵੈਲਿਊ ਦੇ ਬੇਸ ਤੇ ਕੀ ਐਸ ਸੱਚ ਡਿਫਾਈਨ ਕਰਾਂਗਾ? ਕੀ ਮੈਨੂੰ ਪਤਾ ਲੱਗਦਾ ਉਹਦੇ ਤੋਂ? sir it is the ratio of force and the normal reaction। ਬਿਲਕੁਲ ਖੁਦ ਆਪਾਂ ਇਹ ਜ਼ਰੂਰ ਕਹਿੰਦੇ ਫੋਰਸ ਬਾਈ ਨਾਰਮਲ ਰਿਐਕਸ਼ਨ। ਉਹਦੇ ਵਿੱਚ ਜੇ ਥੋੜਾ ਧਿਆਨ ਦਿਓ ਤੇ ਮਿਊ ਡਿਸਾਈਡ ਕਰਦਾ ਫ੍ਰਿਕਸ਼ਨਲ ਫੋਰਸ ਦੀ ਸਟਰੈਂਥ ਕਿੰਨੀ। ਜਿੰਨਾ ਮਿਊ ਤੁਹਾਡਾ ਇਨਕਰੀਜ਼ ਕਰਦਾ ਜਾਏਗਾ ਗਿਵਨ ਬਾਡੀ ਵਾਸਤੇ, ਗਿਵਨ ਬਾਡੀ ਦਾ ਮਤਲਬ ਮੈਂ ਕੀ ਕਹਿ ਲਿਆ, ਆਰ ਨੂੰ ਮੈਂ ਫਿਕਸ ਕਰ ਲਿਆ, ਠੀਕ ਹੈ। ਇੱਕ ਮੇਰੇ ਕੋਲ ਆ ਮੰਨ ਲਓ ਕੋਈ ਆਬਜੈਕਟ ਆ, ਠੀਕ ਹੈ, ਜੇ ਗੱਲ ਨਹੀਂ ਦਿਮਾਗ 'ਚ ਸਮਝ ਲਿਓ, ਆ ਕੋਈ ਗਿਵਨ ਆਬਜੈਕਟ ਆ, ਜਿਹੜੀ ਸਰਫੇਸ ਤੇ ਇਹ ਆਬਜੈਕਟ ਮੂਵ ਕਰਦਾ ਹੈ ਨਾ, ਉਹ ਸਰਫੇਸ ਦੀ ਨੇਚਰ ਮੇਰੇ ਕੋਲ ਡਿਫਰੈਂਟ ਆ। weight ਆ ਗਿਆ, r ਆ ਗਿਆ। ਹੁਣ ਇੱਥੇ ਜਿਹੜੀ ਸਰਫੇਸ ਹੈਗੀ ਆ, ਠੀਕ ਹੈ, ਜਦੋਂ ਇਸ ਸਰਫੇਸ ਤੇ ਨੇ ਵਹੀਕਲ ਨੇ ਮੂਵ ਕਰਨਾ ਤੇ ਇਸ ਦੋ ਸਰਫੇਸ ਇਨ ਕੰਟੈਕਟ ਦੇ ਵਿੱਚ ਫ੍ਰਿਕਸ਼ਨ ਕਿੰਨੀ, ਉਹਦੇ ਅਕੋਰਡਿੰਗਲੀ ਮੇਰੇ ਕੋਲ f ਦੀ ਵੈਲਿਊ ਜਿਹੜੀ ਉਹ ਵੇਰੀ ਕਰੂ। यस सर। यस सर। ਓਏ ਪੁੱਤਰ ਮੈਨੂੰ ਰਿਸਪੌਂਸ ਚਾਹੀਦਾ, ਮੈਂ ਤਾਂ ਅੱਗੇ ਚੱਲ ਪਾਣਾ। ਆਪਾਂ ਮਿਊ ਦਾ ਫਾਰਮੂਲਾ ਲਿਖਿਆ ਵਾ f/r। ਅਗਲੇ ਟੌਪਿਕ ਦੇ ਸਟਾਰਟ 'ਚ ਹੀ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਕਲੀਅਰ ਚਾਹੀਦੀਆਂ, ਉਸ ਤੋਂ ਬਾਅਦ ਅੱਗੇ ਕੰਟੀਨਿਊ ਕਰਾਂਗੇ। r ਆ ਗਿਆ mg। ਜੇ ਮੇਰੀ ਬਾਡੀ ਦਾ weight ਲਵਾ ਉਹ ਫਿਕਸ ਵਾ ਤੇ ਮਿਊ ਤੇ f ਇੱਕ ਦੂਜੇ ਦੇ ਕੀ ਹੋ ਗਏ? ਪ੍ਰੋਪੋਰਸ਼ਨਲ। ਡਾਇਰੈਕਟ ਪ੍ਰੋਪੋਰਸ਼ਨਲ ਹੋ ਗਏ। डायरेक्टली प्रोपोर्शनल। हाँ जी। ਡਾਇਰੈਕਟ ਪ੍ਰੋਪੋਰਸ਼ਨੈਲਿਟੀ ਦਾ ਤੇ ਮਤਲਬ ਇਹਨਾਂ ਜਿੰਨਾ ਤੁਹਾਡੇ ਕੋਲ ਰੋਡ ਔਰ ਟਾਇਰ ਦੇ ਅੰਦਰ ਗ੍ਰਿਪ ਜ਼ਿਆਦਾ ਹੋਏਗੀ, ਮੀਨ ਜਿੰਨੀ ਫ੍ਰਿਕਸ਼ਨ ਜ਼ਿਆਦਾ ਹੋਏਗੀ ਉਨਾ ਹੀ ਮਿਊ ਵੀ ਜ਼ਿਆਦਾ ਹੋਊਗਾ। यस सर। ਤੇ ਜਿੰਨਾ ਮਿਊ ਵਧੂਗਾ ਉਨੀ ਹੀ ਮੇਰੀ ਸੇਫ ਲਿਮਿਟ ਵੀ ਵੱਧਦੀ ਜਾਏਗੀ। ਹੁਣ ਇੱਥੇ ਗੱਲ ਇਹ ਜੋੜਨ ਲੱਗਿਆ, ਪਰ ਚਾਂਸ ਕਿਸੇ ਗੱਲ ਕਰਕੇ ਜੇ ਰੋਡ ਔਰ ਟਾਇਰ 'ਚ ਫ੍ਰਿਕਸ਼ਨ ਘਟ ਗਈ, ਮੈਂ ਕੱਲ ਐਗਜ਼ਾਮਪਲ 2-3 ਬੋਲੀਆਂ ਸੀ, ਮੰਨ ਲਓ ਜਿਹੜਾ ਸਕੂਟਰ ਤੁਸੀਂ ਚਲਾਉਂਦੇ ਪਏ, ਮੋਟਰਸਾਈਕਲ ਚਲਾਉਂਦੇ ਪਏ, ਉਹਦੇ ਟਾਇਰ ਕਿਸੇ ਹੋਏ ਆ ਤੇ ਰੋਡ ਔਰ ਟਾਇਰ 'ਚ ਗ੍ਰਿਪ ਪੂਰੀ ਨਹੀਂ ਬਣਨੀ, ਮਤਲਬ ਫ੍ਰਿਕਸ਼ਨ ਘਟ ਜਾਣੀ। ਤੇ ਜੇ ਫ੍ਰਿਕਸ਼ਨ ਪ੍ਰੋਪਰ ਨਹੀਂ ਮਿਲੀ ਤੇ ਤੁਹਾਡੇ ਕੋਲ ਉੱਤੇ ਟਰਨ ਲੈਣ ਲੱਗੇ ਜਿੰਨੀ ਸੈਂਟਰੀਪੀਟਲ ਫੋਰਸ ਚਾਹੀਦੀ ਉਹ ਪ੍ਰੋਪਰ ਨਹੀਂ ਮਿਲੇਗੀ ਤੇ ਵਹੀਕਲ ਸਕਿਡ ਕਰ ਜਾਂਦਾ।
ठीक है, रोड ते मान लो तेल डुल गया, मीह पै गया, किसी भी कॉज दे करके, किसी भी कॉज दे करके जे मेरे को एज सच म्यू दी वैल्यू रिड्यूस हो गई, जे मेरे को रोड और टायर च फ्रिक्शनल फोर्स रिड्यूस हो गई, ते मैं अपनी एक नॉर्मल स्पीड ते जाना पिया या मान लो मैं तेज जाना पिया, ते रोड और टायर दी फ्रिक्शनल फोर्स घटन करके जिन्नी मैनू सेंट्रीपिटल फोर्स रिक्वायर्ड आ उन्नी अवेलेबल नहीं हो पाएगी, ते देयर मस्ट बी अ चांस कि कहना जी व्हीकल जेड़ा वो स्किड कर जाएगा। इन्हीं गल समझ लगी? यस सर। यस सर। Yes, sir. मतलब Yes, ਇਹ ਹੋਇਆ, ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਆਪਾਂ ਪਿਛਲੇ ਟੌਪਿਕ 'ਚ ਪੜ੍ਹਦੇ ਪਏ ਕਿ ਵੀ ਆਪਾਂ ਵੈਲੋਸਿਟੀ ਵਾਸਤੇ ਮੇਨ ਡਿਪੈਂਡੈਂਸ ਜਿਹੜੀ ਆ ਹਨਾ ਉਹ ਮਿਊ ਤੇ ਰੱਖੀ ਸੀਗੀ, ਤੇ ਮਿਊ ਕਿਸੇ ਵੀ ਕਾਰਨ ਕਰਕੇ ਘਟ ਸਕਦਾ। ਇਮਲ ਫ੍ਰਿਕਸ਼ਨ ਇਜ਼ ਨਾਟ ਅ ਰਿਲਾਇਬਲ ਸੋਰਸ, ਇਹਦਾ ਮਤਲਬ ਆ ਫ੍ਰਿਕਸ਼ਨ ਤੁਹਾਡਾ ਰਿਲਾਇਬਲ ਨਹੀਂ ਹੈਗਾ, ਤੁਸੀਂ ਫ੍ਰਿਕਸ਼ਨ ਤੇ ਡਿਪੈਂਡ ਹੋ ਕੇ ਠੀਕ ਹੈ ਜੀ ਉਤੋਂ ਟਰਨ ਨਹੀਂ ਲੈ ਸਕਦੇ ਕਿਸੇ ਵੀ ਕਾਜ਼ ਕਰਕੇ, ਠੀਕ ਹੈ, ਜਾਂ ਮਲਟੀਪਲ ਕਾਜ਼ਸ ਕਰਕੇ ਜੇ ਫ੍ਰਿਕਸ਼ਨ ਘਟ ਗਈ ਤੇ ਵਹੀਕਲ ਉੱਤੇ ਸਕਿਡ ਕਰ ਜਾਣ। ਉਹ ਕਹਿੰਦਾ ਇਸ ਪ੍ਰੋਬਲਮ ਨੂੰ ਓਵਰਕਮ ਕਰਨ ਵਾਸਤੇ ਆਪਣੇ ਕੋਲ ਇੱਕ ਮੈਥਡ ਇਹ ਹੋਏਗਾ ਕਿ ਰੋਡ ਦੀ ਬੈਂਕਿੰਗ ਕੀਤੀ ਜਾਵੇ। ਇਹਦਾ ਮਤਲਬ ਕਿਤੇ ਨਾ ਕਿਤੇ ਬੈਂਕਿੰਗ ਦੇ ਨਾਲ ਠੀਕ ਹੈ ਜੀ ਅਸੀਂ ਆਪਣੀ ਵੈਲੋਸਿਟੀ ਨੂੰ ਕੰਟਰੋਲ ਕਰਾਂਗੇ। ਕਿ ਇੰਨੀ ਗੱਲ ਸਮਝ ਲੱਗੀ? यस सर। yes, Sir. ਇਹ ਇਹਨੂੰ ਮੈਂ ਕੁਐਸਚਨ ਫਾਰਮ 'ਚ ਬੋਲਾਂ ਟੌਪਿਕ ਨੂੰ, ਤੇ ਕੁਐਸਚਨ ਇਹ ਬਣਦਾ ਵਾਟ ਇਜ਼ ਬੈਂਕਿੰਗ ਆਫ ਰੋਡ, why do we need of banking, why do we need of banking, and derive an expression for velocity of a vehicle on a banked road। ਜੇ ਤੁਹਾਡੇ ਕੋਲ ਕੋਈ ਬੈਂਕ ਰੋਡ ਹੈਗੀ ਆ ਤੇ ਤੁਸੀਂ ਉਸ ਬੈਂਕ ਰੋਡ ਤੇ ਐਸ ਐਚ ਵਹੀਕਲ ਦੀ ਵੈਲੋਸਿਟੀ ਕੱਢੋ, ਉਹ ਕਿਹੜੇ ਫਾਰਮੂਲੇ ਨਾਲ ਕੈਲਕੂਲੇਟ ਹੋਏਗੀ ਉਹ ਦੱਸਣਾ ਆਪਾਂ। ਸੈਕਿੰਡ, ਮੈਨੂੰ ਬੈਂਕਿੰਗ ਦੀ ਨੀਡ ਕਿਉਂ, ਉਹਦੀ ਗੱਲ ਪਹਿਲਾਂ ਕਰ ਲਈ, ਠੀਕ ਹੈ। ਤੇ ਫਸਟ ਜਿਹੜਾ ਉਹ ਸੀ ਕਿਹਾ ਜੀ ਐਸ ਐਚ ਵਾਟ ਇਜ਼ ਬੈਂਕਿੰਗ, ਤੇ ਬੈਂਕਿੰਗ ਬੇਟਾ ਅਸੀਂ ਦੱਸਦੇ ਪਏ ਕਿ ਰੋਡ ਇਦਾਂ ਦਾ ਬਣਾ ਕੇ ਹਨਾ ਰੋਡ ਦਾ ਇੱਕ ਐਜ ਹਲਕਾ ਜਿਹਾ ਟਿਲਟ ਕਰਾਂਗੇ, ਠੀਕ ਆ। ਜਦੋਂ ਇਹਨੂੰ ਫਲੈਟ ਰੋਡ ਨੂੰ ਅਸੀਂ ਹਲਕਾ ਜਿਹਾ ਟਿਲਟ ਕਰ ਦਿੰਦੇ ਤੇ ਅਸੀਂ ਕਹਿੰਦੇ ਇਹ ਬੈਂਕ ਰੋਡ ਬਣ ਜਾਏਗੀ। ਹੁਣ ਇੱਥੇ ਵੀ ਆ ਆਪਾਂ ਫਿਗਰ ਜਿਹੜੀ ਬਣਾਈ ਆ, ਹੁਣ ਇੱਧਰ ਧਿਆਨ ਦਿਓ, ਜਿਹੜੀ ਫਿਗਰ ਬਣਾਉਣਾ ਪਿਆ ਇਹਦੇ ਵਿੱਚ ਅਸੀਂ ਵਹੀਕਲ ਕੋਈ ਇਦਾਂ ਉੱਪਰ ਨਹੀਂ ਲੈ ਕੇ ਜਾ ਰਹੇ, ਅਸੀਂ ਕਹਿੰਦੇ ਕਿ ਰੋਡ ਆ ਆਣੀ ਸੀ, ਲੈਵਲ ਰੋਡ ਇਹ ਸੀਗੀ, ਤੇ ਇਹਦੀ ਥਾਂ ਤੇ ਜਿਹੜੀ ਰੋਡ ਆ ਉਹ ਮੇਰੀ ਇਦਾਂ ਟਿਲਟ ਆ, ਇਮਲ ਵਹੀਕਲ ਜਾਂਦਾ ਇਦਾਂ ਹੀ ਪਿਆ ਵਾ। ਆ ਗੱਲ ਸਮਝ ਲੱਗਦੀ ਪਈ? यस यस सर। Sir. ਮਤਲਬ ਇਹ ਕੋਈ ਇਨਕਲਾਈਨਡ ਪਲੇਨ ਤੇ ਆਪਾਂ ਵਹੀਕਲ ਨੂੰ ਉੱਪਰ ਨੂੰ ਨਹੀਂ ਲੈ ਕੇ ਜਾਂਦੇ ਪਏ, ਇਧਰ ਨੂੰ ਵਹੀਕਲ ਨਹੀਂ ਜਾਂਦਾ ਪਿਆ, ਵਹੀਕਲ ਤੁਹਾਡਾ ਜਿਹੜਾ ਉਹ ਇਸੇ ਵੇ ਨਾਲ ਟਰਨ ਲੈ ਰਿਹਾ, ਪਰ ਜਿਹੜੀ ਰੋਡ ਹੈਗੀ ਆ ਉਹ ਬੈਂਕ ਰੋਡ ਆ। ਤੇ ਇਸ ਇਨਸਟੈਂਟ ਤੇ ਜਿਹੜੀਆਂ ਡਿਫਰੈਂਟ ਫੋਰਸਿਸ ਆਪਾਂ ਦਿਖਾਣੇ ਪਏ ਉਹ ਸਮਝਿਓ ਬੇਟਾ ਕਿਹੜੀਆਂ ਕਿਹੜੀਆਂ, ਇਹਦੀ ਫਿਗਰ ਹੀ ਮੇਨ ਆ। ਔਰ ਗਲਤੀ ਕਿੱਥੇ ਹੋਣੀ ਉਹ ਦੱਸੂਗਾ ਹੁਣ, ਜਦੋਂ ਇਹ ਡੈਰੀਵੇਸ਼ਨ ਆ ਜਾਵੇ ਤੇ ਇਹ ਕਿੱਥੇ ਗਲਤੀ ਕਰੋਗੇ ਉਹ ਸਮਝ ਲਿਓ ਧਿਆਨ ਨਾਲ। ਆਪਾਂ ਨਾਰਮਲੀ ਇਨਕਲਾਈਨਡ ਕੋਈ ਵੀ ਸਰਫੇਸ ਦਿਖਾਈ ਉਹ ਤੇ ਆ ਗੱਲ ਸਮਝਿਓ, ਮੈਂ ਬਾਰ-ਬਾਰ ਕਹਿ ਰਿਹਾ ਇਹੀ ਚੀਜ਼ ਦੀ ਗਲਤੀ ਜਿਹਨੇ ਕਰ ਦਿੱਤੀ ਸ਼ੁਰੂ 'ਚ, ਠੀਕ ਹੈ, ਡਾਇਗਰਾਮ ਦੇ ਅੰਦਰ ਹੀ ਉਹਦੀ ਡੈਰੀਵੇਸ਼ਨ ਕਦੀ ਵੀ ਕੰਪਲੀਟ ਨਹੀਂ ਹੋਣੀ। ਔਰ ਉਹ ਗਲਤੀ ਕੀ ਆ, ਆ ਮੰਨ ਲਓ ਮੇਰੇ ਕੋਲ ਤੁਸੀਂ ਦਿਖਾਣੇ ਪਏ ਵਹੀਕਲ ਹੈਗਾ ਜਿਹਨੇ ਕਿ ਡਾਟ ਸਾਈਜ਼ ਦਿਖਾ ਰਿਹਾ, ਜਿਹੜੀਆਂ ਡਿਫਰੈਂਟ ਫੋਰਸਿਸ ਆਪਾਂ ਸ਼ੋ ਕੀਤੀਆਂ ਉਹਨਾਂ 'ਚ ਇੱਕ ਬਾਡੀ ਦਾ weight ਆ ਗਿਆ, एक नॉर्मल रिएक्शन, और नॉर्मल रिएक्शन हमेशा ही इनक्लाइंड सरफेस दे परपेंडिकुलर। ਅਸੀਂ ਪਿਛਲੇ ਜਿੰਨੇ ਟੌਪਿਕ ਫ੍ਰਿਕਸ਼ਨ ਚ ਕੀਤੇ ਆ ਹਨਾ ਇਨਕਲਾਈਨਡ ਪਲੇਨ ਵਾਲੇ, ਹੁਣ ਸਾਰੇ ਕੇਸਿਸ ਦੇ ਅੰਦਰ ਅਸੀਂ ਕੀ ਕੀਤਾ ਸੀਗਾ, ਇਸ ਥਾਂ ਤੇ ਐਂਗਲ ਥੀਟਾ ਦਿਖਾ ਕੇ, ਇਸ ਥਾਂ ਤੇ ਐਂਗਲ ਥੀਟਾ ਦਿਖਾ ਕੇ mg ਨੂੰ ਸਪਲਿਟ ਕਰਕੇ mg cos ਥੀਟਾ ਤੇ mg sin ਥੀਟਾ ਦੇ ਦੋ ਕੰਪੋਨੈਂਟ ਬਣਾਉਂਦੇ ਸੀ, ਔਰ ਇਹਦੇ ਅਕੋਰਡਿੰਗਲੀ r ਜਿਹੜਾ ਸੀਗਾ ਉਹ mg cos ਥੀਟਾ ਨਾਲ ਬੈਲੈਂਸ ਹੋ ਜਾਂਦਾ। ਕਿੰਨੀ ਗੱਲ ਸਮਝ ਲੱਗੀ? ये ਕੋਈ ਪੁੱਤ ਇੰਨਾ ਕਲੀਅਰ ਆ? ਆਵਾਜ਼ ਆ ਰਹੀ ਆ? बेटे आवाज आ रही? वो न्याणे हो आवाज आ रही? आवाज आ रही बेटा? Yes. यस yes, सर। sir. आज पता नहीं की हो रहा। चलो हाँ जी, ਇਹ ਨਾਰਮਲ ਪੁੱਤ ਇਨਕਲਾਈਨਡ ਪਲੇਨ ਦੀ ਜਦੋਂ ਵੀ ਫਿਗਰ ਬਣਾ ਲੈਣਾ, ਫਿਗਰ ਆ ਧਿਆਨ ਨਾਲ ਸਮਝ ਲਿਓ, ਠੀਕ ਹੈ, ਫਿਰ ਮੁੜ ਕੇ ਮੈਥਮੈਟੀਕਲ ਹੋ ਜਾਊਗਾ। ਅਸੀਂ ਇਨਕਲਾਈਨਡ ਸਰਫੇਸ ਤੇ ਹਰ ਵਾਰੀ
r ਜਿਹੜਾ ਵਾ ਉਹ ਕਿੰਨਾ ਬੈਲੈਂਸ ਕਰਦੇ ਆ mg F ਨਾਲ। cos theta mg cos theta ਨਾਲ। ਔਰ ਜਿਹੜੀ ਫੋਰਸ ਇਨਕਲਾਈਨਡ ਸਰਫੇਸ ਦੇ ਅਲੋਂਗ ਲੱਗਦੀ ਇਹ ਬਾਡੀ ਨੂੰ ਥੱਲੇ ਨੂੰ ਠੀਕ ਹੈ ਜੀ ਲੈ ਕੇ ਜਾਂਦੀ ਤੇ ਉਦੋਂ ਬਾਡੀ ਇਨਕਲਾਈਨਡ ਸਰਫੇਸ ਦੇ ਅਲੋਂਗ ਮੂਵ ਕਰ ਰਹੀ ਹੁੰਦੀ ਹੈ। ਇਸ ਵੇਲੇ ਇਸ ਫਿਗਰ ਦੇ ਅੰਦਰ ਇੱਕ ਸਿਮਿਲੈਰਿਟੀ ਇਹ ਚ ਲੱਗਦੀ ਪਈ ਕਿ ਵੀ ਆ ਵੀ ਇਨਕਲਾਈਨਡ ਸਰਫੇਸ ਆ, ਪਰ ਬਾਰ-ਬਾਰ ਕਹਿ ਰਿਹਾ ਇਸ ਇਨਕਲਾਈਨਡ ਸਰਫੇਸ ਤੇ ਵਹੀਕਲ ਇੱਧਰ ਉੱਪਰ ਨਹੀਂ ਜਾਂਦਾ ਪਿਆ, ਵਹੀਕਲ ਮੇਰਾ ਇਦਾਂ ਕਰਕੇ ਇਸ ਕਰਵ ਦੇ ਉੱਤੇ ਮੂਵ ਕਰਦਾ ਪਿਆ। ਇੰਨੀ ਗੱਲ ਕਲੀਅਰ ਆ? yes ਹਾਂਜੀ ਸਰ। ਦੂਜੀ ਸਭ ਤੋਂ ਇੰਪੋਰਟੈਂਟ ਚੀਜ਼ ਇੱਥੇ ਰੈਜ਼ੋਲੂਸ਼ਨ ਜਿਹੜੀ mg ਦੀ ਆ ਇਸ ਕੇਸ ਦੇ ਅੰਦਰ mg ਨੂੰ ਰਿਜ਼ੋਲਵ ਨਹੀਂ ਕੀਤਾ। ਕਹਿੰਦਾ ਵੀ ਇਹ ਕਿਉਂ? ਤੇ ਬੇਟਾ ਆਪਾਂ ਇਹ ਕਹਿਣ ਲੱਗੇ ਕਿ ਵੀ ਬੈਂਕਿੰਗ ਆਫ ਰੋਡ ਕੀਤੀ ਕਿਉਂ? ਅਸੀਂ ਇਹ ਕਿਹਾ ਕਿ ਵੀ ਜਿਹੜੀ ਐਸ ਸੱਚ ਮੈਨੂੰ ਫ੍ਰਿਕਸ਼ਨਲ ਫੋਰਸ ਸੀਗੀ ਪਿਛਲੇ ਕੇਸ 'ਚ ਉਹ ਸੈਂਟਰੀਪੀਟਲ ਫੋਰਸ ਦਿੰਦੀ ਸੀ, ਠੀਕ ਆ। ਇਹ ਮਤਲਬ ਅਸੀਂ ਮੇਨ ਡਿਪੈਂਡੈਂਸ ਸੈਂਟਰੀਪੀਟਲ ਫੋਰਸ ਵਾਸਤੇ ਫ੍ਰਿਕਸ਼ਨ ਤੇ ਬਣਾਈ ਹੋਈ ਸੀ, ਪਰ ਹੁਣ ਅਸੀਂ ਕਹਿ ਰਹੇ ਹਾਂ ਜਦੋਂ ਰੋਡ ਦੀ ਬੈਂਕਿੰਗ ਕੀਤੀ ਤੇ ਬੈਂਕਿੰਗ ਮੈਨੂੰ ਆਪਣੇ ਆਪ 'ਚ ਜਿਹੜੀ ਆ ਉਹ ਸੈਂਟਰੀਪੀਟਲ ਫੋਰਸ ਦਾ ਸੋਰਸ ਬਣਨਾ ਚਾਹੀਦਾ। ਬੇਟਾ ਮੈਂ ਫੇਰ ਲਾਈਨ ਰਿਪੀਟ ਕਰ ਰਿਹਾ ਕਿ ਜਿਹੜੀ ਬੈਂਕਿੰਗ ਆਫ ਰੋਡ ਕਰਾਂਗਾ ਬੈਂਕਿੰਗ ਵਿਲ ਪ੍ਰੋਵਾਈਡ ਦਾ ਨੈਸੈਸਰੀ ਸੈਂਟਰੀਪੀਟਲ ਫੋਰਸ। ਔਰ ਜਿਹੜੀ ਫੋਰਸ ਸੈਂਟਰੀਪੀਟਲ ਫੋਰਸ ਬਣਦੀ ਆ, ਜਿਹੜੀ ਵੀ ਫੋਰਸ ਨੇ ਸੈਂਟਰੀਪੀਟਲ ਫੋਰਸ ਦਾ ਰੋਲ ਪਲੇ ਕਰਨਾ, ਇਟ ਮਸਟ ਬੀ ਐਕਟਿੰਗ ਟੁਵਰਡਸ ਦਾ ਸੈਂਟਰ। ਉਹ ਫੋਰਸ ਮੇਰੀ ਟੁਵਰਡਸ ਦਾ ਸੈਂਟਰ ਹੋਣੀ ਚਾਹੀਦੀ। ਜੇ ਮੈਂ ਇਸ ਵੇਲੇ ਇਸ ਫਿਗਰ ਵਕਨ ਠੀਕ ਹੈ ਜੀ ਇੱਥੇ r ਦੀ ਜਗ੍ਹਾ ਤੇ ਹਾਂਜੀ ਜੇ ਮੈਂ ਇੱਥੇ ਐਸਐਚ ਕਹਿੰਦਾ ਜੀ ਆਪਣੇ ਕੋਲ r ਦੀ ਜਗ੍ਹਾ ਤੇ mg ਨੂੰ ਸਪਲਿਟ ਕਰਦਾ ਵੀ ਯਾਨੀ ਸੇਮ ਇਹ ਫਿਗਰ ਲੈਂਦਾ ਤੇ ਇਸ ਫਿਗਰ ਦੇ ਅੰਦਰ ਕੋਈ ਵੀ ਕੰਪੋਨੈਂਟ ਜਿਹੜਾ ਵਾ ਉਹ ਟੁਵਰਡਸ ਦਾ ਸੈਂਟਰ ਲਾਈ ਨਹੀਂ ਕਰਦਾ ਪਿਆ, ਯਾਨੀ ਮੇਰੀ ਫੋਰਸ ਕੋਈ ਸੈਂਟਰ ਵੱਲ ਨੂੰ ਨਹੀਂ ਲਾਈ ਕਰ। ਇਹਦਾ ਮਤਲਬ ਇਹ ਹੋ ਗਿਆ mg ਨੂੰ ਸਪਲਿਟ ਕਰਕੇ ਜਿਹੜਾ mg cos ਥੀਟਾ ਇੱਧਰ ਆਣਾ ਸੀ ਤੇ mg sin ਥੀਟਾ ਇਹਦੇ ਅਲੋਂਗ ਆਣਾ ਸੀ, ਉਹਨਾਂ ਵਿੱਚੋਂ ਕੋਈ ਵੀ ਫੋਰਸ ਮੈਨੂੰ ਸੈਂਟਰੀਪੀਟਲ ਫੋਰਸ ਪ੍ਰੋਵਾਈਡ ਨਹੀਂ ਕਰਦੀ, ਠੀਕ ਆ। ਅਸੀਂ ਬੈਂਕਿੰਗ ਦੇ ਥਰੂ ਸੈਂਟਰੀਪੀਟਲ ਫੋਰਸ ਬਣਾਣੀ ਤੇ ਬੇਟਾ ਉਹਦੇ ਲਈ ਅਸੀਂ ਕਿਹਾ ਕਿ ਜਦੋਂ ਰੋਡ ਨੂੰ ਅਸੀਂ ਬੈਂਕ ਕੀਤਾ ਮਤਲਬ ਆ ਫਲੈਟ ਰੋਡ ਦੀ ਥਾਂ ਤੇ ਇਹਨੂੰ ਹਲਕਾ ਟਿਲਟ ਕੀਤਾ ਹੋਇਆ, ਯਾਨੀ ਇਹਨੂੰ ਥੀਟਾ ਐਂਗਲ ਤੇ ਅਸੀਂ ਰੋਡ ਦੀ ਬੈਂਕਿੰਗ ਕਰ ਲਈ ਤੇ ਇਸ ਇਨਸਟੈਂਟ ਤੇ ਤੁਸੀਂ r ਨੂੰ ਸਪਲਿਟ ਕਰੋਗੇ। r ਦੀ ਸਪਲਿਟਿੰਗ ਕਰਕੇ ਦੋ ਕੰਪੋਨੈਂਟ ਬਣਦੇ ਪਏ, ਐਂਗਲ ਮੈਂ ਹੁਣੇ ਦੱਸ ਦਾਂਗਾ ਕਿ ਵੀ ਕਿਦਾਂ ਇੱਥੇ ਥੀਟਾ ਆਇਆ। r ਨੂੰ ਸਪਲਿਟ ਕਰੋ r cos ਤੇ r sin ਦੋ ਕੰਪੋਨੈਂਟ ਬਣੇ, ਉਹਨਾਂ ਵਿੱਚੋਂ r cos ਥੀਟਾ ਜਿਹੜਾ ਵਾ ਇਹ weight ਨੂੰ ਬੈਲੈਂਸ ਕਰਨ ਲੱਗ ਗਿਆ, r cos ਥੀਟਾ ਜਿਹੜਾ weight ਨੂੰ ਬੈਲੈਂਸ ਕਰਨ ਲੱਗ ਗਿਆ ਤੇ ਜਿਹੜਾ r sin ਥੀਟਾ ਵਾ ਉਹ ਮੇਰਾ ਟੁਵਰਡਸ ਦਾ ਸੈਂਟਰ ਲਾਈ ਕਰਦਾ ਪਿਆ। f cos ਥੀਟਾ ਵਾਲਾ ਵਰਡ ਹੈ ਛੱਡ ਦਿਓ, ਇਹਦਾ ਮਤਲਬ r sin ਥੀਟਾ ਜਿਹੜਾ ਉਹ ਟੁਵਰਡਸ ਦਾ ਸੈਂਟਰ ਲਾਈ ਕਰਦਾ ਤੇ ਜਿਹੜੀ ਫੋਰਸ ਟੁਵਰਡਸ ਦਾ ਸੈਂਟਰ ਲਾਈ ਕਰੇ ਉਹ ਬਾਡੀ ਨੂੰ ਕੀ ਪ੍ਰੋਵਾਈਡ ਕਰਦੀ? centripetal force सेंट्रीपिटल फोर्स। ਇਹਦਾ ਮਤਲਬ ਇਹ ਹੋ ਗਿਆ ਤੁਹਾਡੀ ਬਾਡੀ ਨੂੰ ਜਿਹੜੀ ਸੈਂਟਰੀਪੀਟਲ ਫੋਰਸ ਚਾਹੀਦੀ ਉਹ r ਦੇ ਇਸ r sin ਥੀਟਾ ਵਾਲੇ ਕੰਪੋਨੈਂਟ ਨੇ ਦਿੱਤੀ, ਪਰ ਇਹ ਕੰਪੋਨੈਂਟ ਉਦੋਂ ਬਣਿਆ ਜਦੋਂ ਤੁਹਾਡੇ ਕੋਲ ਐਸਐਚ ਜਿਹੜੀ ਰੋਡ ਨੂੰ ਅਸੀਂ ਐਸਐਚ ਬੈਂਕ ਕੀਤਾ ਹੋਇਆ। क्या ਇੰਨੀ ਗੱਲ ਸਮਝ ਲੱਗੀ ਪਹਿਲੋਂ? yes ਹਾਂਜੀ sir ਸਰ। यस सर। ਉਸ ਤੋਂ ਬਾਅਦ ਦੂਜੇ ਵਰਡ ਤੇ ਆ ਜਾਓ। ਆਪਾਂ ਪਿਛਲਾ ਟੌਪਿਕ ਜਿਹੜਾ ਹੁਣੀ ਕੀਤਾ ਸੀਗਾ ਠੀਕ ਹੈ ਆਪਣੇ ਕੋਲ ਲੈਵਲ ਕਰਵ ਰੋਡ ਵਾਲਾ, ਉਹਦੇ ਵਿੱਚ ਆਪਾਂ ਆ ਫਿਗਰ 'ਚ ਇਦਾਂ ਦਿਖਾਇਆ ਸੀਗਾ ਕਿ ਜਿਹੜਾ ਵਹੀਕਲ ਇਸ ਲੈਵਲ ਰੋਡ ਤੇ ਮੂਵ ਕਰਦਾ ਪਿਆ ਠੀਕ ਹੈ ਰੋਡ ਔਰ ਟਾਇਰ ਦੇ ਵਿੱਚ ਫ੍ਰਿਕਸ਼ਨਲ ਫੋਰਸ ਆ, ਯਾਨੀ ਫ੍ਰਿਕਸ਼ਨਲ ਫੋਰਸ ਜਿਹੜੀ ਆ ਉਹ ਰੋਡ ਔਰ ਟਾਇਰ ਦੇ ਵਿੱਚ ਦਿਖਾਣੇ ਪਏ। ਇਨ ਦਾ ਸਿਮਿਲਰ ਵੇ ਆ ਜਿਹੜੇ ਮੇਰੇ ਐਸਐਚ ਵਹੀਕਲ ਦੇ ਵੀਲ ਆ ਗਏ ਤੇ ਜਿਹੜੀ ਰੋਡ ਆ ਵਾਲੀ ਮੇਰੀ ਆ ਗਈ ਜਿਹਦੇ ਤੇ ਵਹੀਕਲ ਮੂਵ ਕਰਦਾ ਪਿਆ, ਇਹਦਾ ਮਤਲਬ ਫ੍ਰਿਕਸ਼ਨਲ ਫੋਰਸ ਜਿਹੜੀ ਆ ਪੈਨ ਦੇ ਅਲੋਂਗ ਯਾਨੀ ਇਸ ਇਨਕਲਾਈਨਡ ਪਲੇਨ ਦੇ ਅਲੋਂਗ ਲਾਈ ਕਰੂ। yes sir yes sir ਯੈਸ ਸਰ। ਤਾਂ ਆ ਆਪਾਂ ਫ੍ਰਿਕਸ਼ਨ ਜਿਹੜੀ ਰੋਡ ਔਰ ਟਾਇਰ 'ਚ ਦਿਖਾਈ ਆ ਇਦਾਂ ਹੀ ਇੱਥੇ ਵੀ ਫ੍ਰਿਕਸ਼ਨ ਰੋਡ ਔਰ ਟਾਇਰ 'ਚ ਦਿਖਾਵਾਂ ਤੇ ਉਹ ਆ ਇਨਕਲਾਈਨਡ ਲਾਈਨ ਤੇ ਮੈਨੂੰ ਦਿਖਦੀ ਪਈ ਤੇ ਜੇ ਬੱਚੇ ਆ ਲਾਈਨ ਨੂੰ ਬੇਸ ਯਾਨੀ ਗਰਾਊਂਡ ਵਾਲੀ ਲਾਈਨ ਨੂੰ ਇਹਨੂੰ ਤੇ ਆ ਲਾਈਨ ਨੂੰ ਮੈਂ ਪੈਰਲਲ ਲੈ ਲਵਾਂ ਠੀਕ ਹੈ ਤੇ ਆ ਮੇਰੇ ਕੋਲ ਆਪਣੇ ਆਪ 'ਚ ਉਹਦਾ ਐਸਐਚ ਜਿਹੜਾ ਵਾ ਟ੍ਰਾਂਸਵਰਸਲ ਬਣ ਜੂ। ਹਾਂਜੀ ਹਾਂਜੀ ਸਰ। ਤੇ ਇਸ ਲਈ ਆ ਦੋ ਐਂਗਲ ਮੇਰੇ ਜਿਹੜੇ ਆਪਸ ਇਕੁਅਲ ਆ ਜਾਊਗੇ। yes sir yes sir ਜੇ ਮੈਂ F ਨੂੰ ਸਪਲਿਟ ਕਰਾਂ ਫੋਰਸ ਆਫ ਫ੍ਰਿਕਸ਼ਨ ਨੂੰ ਸਪਲਿਟ ਕਰਾਂ ਤੇ ਫੋਰਸ ਆਫ ਫ੍ਰਿਕਸ਼ਨ ਦਾ F cos ਥੀਟਾ ਵਾਲਾ ਕੰਪੋਨੈਂਟ ਇਹ ਵੀ ਟੁਵਰਡਸ ਦਾ ਸੈਂਟਰ ਲਾਈ ਕਰਦਾ। yes sir
ਇਹਦਾ ਮਤਲਬ ਹੋ ਗਿਆ r sin θ ਜਿਹੜਾ ਰੋਡ ਦੀ ਬੈਂਕਿੰਗ ਤੋਂ ਆਇਆ ਤੇ f cos θ ਜਿਹੜਾ ਫ੍ਰਿਕਸ਼ਨ ਦਾ ਇੱਕ ਕੰਪੋਨੈਂਟ ਆ, ਇਹ ਦੋਨੋਂ ਟੁਵਰਡਸ ਦਾ ਸੈਂਟਰ ਲਾਈ ਕਰਕੇ ਬੋਡੀ ਨੂੰ ਸੈਂਟਰੀਪੀਟਲ ਫੋਰਸ ਦਊਗੇ। yes sir ਹਾਂਜੀ ਸਰ। ਇਹਦਾ ਮਤਲਬ ਇੱਥੇ ਪ੍ਰੋਬਲਮ ਆ ਰਹੀ ਸੀ ਕਿ ਜੇ ਫ੍ਰਿਕਸ਼ਨ ਘਟ ਗਈ ਤੇ f cos θ ਵੀ ਘਟ ਜਾਣਾ, ਹਨਾ। ਇਹਦਾ ਮਤਲਬ ਹੋ ਗਿਆ ਕਿ ਵੀ ਰੋਡ ਤੇ ਵਹੀਕਲ ਜਿਹੜਾ ਮੇਰਾ ਐਸਐਚ ਸਕਿਡ ਕਰ ਜਾਏਗਾ। ਉਹਦੀ ਸਕਿਡਿੰਗ ਨੂੰ ਅਵੋਇਡ ਕਰਨ ਲਈ ਜਦੋਂ ਅਸੀਂ ਰੋਡ ਦੀ ਬੈਂਕਿੰਗ ਕੀਤੀ ਤੇ r sin θ ਜਿਹੜਾ ਕੰਪੋਨੈਂਟ ਆ ਇਹ ਟੁਵਰਡਸ ਦਾ ਸੈਂਟਰ ਲਾਈ ਕਰਕੇ ਮੈਨੂੰ ਸੈਂਟਰੀਪੀਟਲ ਫੋਰਸ ਪ੍ਰੋਵਾਈਡ ਕਰ। ਇਹਦਾ ਮਤਲਬ ਮੇਰੇ ਕੋਲ ਜਿਹੜਾ ਐਸਐਚ ਸੈਂਟਰੀਪੀਟਲ ਫੋਰਸ ਦਾ ਸੋਰਸ ਬਣਿਆ, ਹਨਾ, ਉਹ r sin θ ਤੇ f cos θ ਦੋਨੋਂ ਮਿਲ ਕੇ ਆ ਜਾਓਗੇ। yes sir ਹਾਂਜੀ ਸਰ। ਠੀਕ ਹੈ। ਤੇ ਦੂਜੇ ਪਾਸੇ f ਦਾ ਕੰਪੋਨੈਂਟ f sin θ ਤੇ weight ਇਹ ਦੋਨੋਂ ਡਾਊਨਵਰਡ ਲਾਈ ਕਰਦੇ ਆ ਤੇ ਜਦੋਂ ਵਹੀਕਲ ਮੇਰਾ ਐਸਐਚ ਤੇ ਮੂਵ ਕਰਦਾ ਜਾ ਰਿਹਾ ਤੇ ਉਸ ਇਨਸਟੈਂਟ ਤੇ ਇਹ ਨਾ ਤਾਂ ਹਵਾ 'ਚ ਉੱਪਰ ਨੂੰ ਉੱਡਦਾ ਤੇ ਨਾ ਗਰਾਊਂਡ ਦੇ ਅੰਦਰ ਵੜਦਾ। ਇਹਦਾ ਮਤਲਬ r cos θ ਜਿਹੜਾ ਹੋਏਗਾ ਇਟ ਬੈਲੈਂਸ f sin θ ਐਂਡ mg, ਯਾਨੀ ਆ ਦੋ ਜਿਹੜੀਆਂ ਡਾਊਨਵਰਡ ਫੋਰਸਿਸ ਨੇ ਵਰਟੀਕਲ, ਇਹਨੂੰ ਬੈਲੈਂਸ ਕਰਨ ਲਈ r cos θ ਆ ਜਾਏਗਾ ਤੇ ਜਿਹੜੀ r sin θ, ਹਾਂਜੀ ਸਮਝੋ, ਇਹਨਾਂ ਜਿਹੜਾ r cos θ ਵਾ, ਹਨਾ, ਤੇ ਇਹ ਐਸਐਚ mg ਤੇ f sin θ ਨੂੰ ਬੈਲੈਂਸ ਕਰੂ, ਜਦ ਕਿ r sin θ ਤੇ f cos θ ਇਹ ਦੋਨੋਂ ਮਿਲ ਕੇ ਜਿਹੜੇ ਨੇ ਇਹ ਸੈਂਟਰੀਪੀਟਲ ਫੋਰਸ ਦਾ ਸੋਰਸ ਬਣੋਗੇ। ਯੈਸ ਸਰ। ਕਿਆ ਇੰਨੀ ਗੱਲ ਸਾਰਿਆਂ ਨੂੰ ਸਮਝ ਲੱਗੀ ਬੱਚੇ? ਹਾਂਜੀ ਸਰ। यस सर। ਚਲੋ ਲਾਸਟ ਵਰਡ ਐਂਗਲ ਵਾਲੀ ਗੱਲ ਰਹੇਗੀ। ਹੁਣ ਆ ਐਂਗਲ θ ਸੀ ਇਸ ਲਈ ਅਲਟਰਨੇਟ ਆ ਐਂਗਲ θ ਆ ਗਿਆ। ਹੁਣ ਜੇ ਆ ਐਂਗਲ ਮੇਰੇ ਕੋਲ θ ਵਾ ਤੇ ਇਸ ਲਾਈਨ ਨੂੰ ਜੇ ਮੈਂ ਇਦਾਂ ਲੈ ਚੱਲਾਂ ਤੇ ਪੁੱਤ ਆ ਪੂਰੇ ਦਾ ਪੂਰਾ ਐਂਗਲ ਮੇਰਾ 90 ਹੋਏਗਾ। ਯੈਸ ਸਰ। ਆ ਪੂਰੇ ਦਾ ਪੂਰਾ ਐਂਗਲ ਮੇਰਾ 90 ਹੋਏਗਾ। ਹਾਂਜੀ ਸਰ। yes sir ਚਲੋ ਤੇ ਇਸੇ ਵੇ ਨਾ ਆਪਾਂ ਆ ਪਾਰਟ ਦੇ ਅੰਦਰ ਜਾ ਕੇ ਆ ਐਂਗਲ ਦੱਸ ਦਾਂਗੇ ਕਿ ਮੇਰੇ ਕੋਲ θ ਵਾ। ਤੇ ਇਹਦੀ ਗੱਲ ਮੈਂ ਬਾਅਦ ਚ ਕਰੂੰਗਾ। ਪਹਿਲੋ ਫਿਗਰ ਦਾ ਜਿੰਨਾ ਪੋਰਸ਼ਨ ਦੱਸਿਆ ਗਿਆ ਉਹਨਾਂ ਕਲੀਅਰ ਆ। ਯੈਸ ਸਰ। yes sir Yes, sir. ਚਲੋ ਇੱਥੇ ਰੋਕਾਂਗਾ ਜੀ। ਕੱਲ ਟੌਪਿਕ ਨੂੰ ਕੰਪਲੀਟ ਔਰ ਆਲਮੋਸਟ ਤੁਹਾਡਾ ਚੈਪਟਰ ਦਾ ਇੱਕ ਟੌਪਿਕ ਰਹਿ ਗਿਆ, ਫਿਰ ਆਪਣਾ ਚੈਪਟਰ ਕੰਪਲੀਟ ਆ। ਮੈਨੂੰ ਸਿਰਫ ਇੱਕ ਟੌਪਿਕ ਦੱਸ ਦਿਓ ਜਿਨ੍ਹਾਂ ਨੂੰ ਸਕੂਲੇ ਚੈਪਟਰ ਕਰਾਇਆ, ਮੋਸ਼ਨ ਇਨ ਅ ਵਰਟੀਕਲ ਸਰਕਲ ਵਾਲਾ ਇੱਕ ਟੌਪਿਕ ਆ। ਇਸ ਤੋਂ ਬਾਅਦ ਕਿਆ ਉਹ ਕਰਾਇਆ ਕਿ ਨਹੀਂ ਕਰਾਇਆ? ਠੀਕ ਆ, ਜਿਨ੍ਹਾਂ ਨੂੰ ਸਕੂਲੇ ਚੈਪਟਰ ਕਰਾਇਆ ਉਹ ਦੱਸ ਦਿਓ ਬੇਟਾ। Okay, sir. ओके सर। Okay, sir. ਚਲੋ ਓਕੇ ਬੱਚੇ, ਔਰ ਛੁੱਟੀ ਨਾ ਕਰਿਆ ਕਰੋ ਬੇਟਾ। ਓਕੇ ਸਰ। ਓਕੇ ਬੱਚੇ।